ਯਾਰ ਇਹਨਾਂ ਦਾ ਫੰਕਸ਼ਨ ਅਟੈਂਡ ਕਰਕੇ ਲਾਈਵ ਨਹੀਂ ਹੁੰਦਾ ਤੁਹਾਡਾ। ਬਾਅਦ 'ਚ ਕਹਿੰਦੇ ਤੁਸੀਂ, ਬਾਅਦ 'ਚ ਕੀ ਦਿਖਾਉਂਦੇ ਹੀ ਨਹੀਂ ਕੋਈ ਵੀ। ਲਾਈਵ ਤਾਂ ਉਹ ਹੁੰਦਾ ਜਿਹੜਾ ਹੁਣੇ ਚੱਲ ਪੈਣਾ। ਮੁਨੀਸ਼, ਇੱਕ ਨਾ ਲਾਈਵ ਕਰਨ ਲੱਗੇ ਸ਼ਾਇਦ, ਇੱਕ ਗਲੋਬਲ ਪੰਜਾਬ, ਇੱਕ ਔਨ 에ਅਰ ਤੇ ਇੱਕ ਪ੍ਰਾਈਮ ਏਸ਼ੀਆ। ਦੇਖ ਲਈ ਕਿਹੜਾ। ਗਲੋਬਲ ਪੰਜਾਬ ਉਹ ਵੀ ਕਰ ਰਹੇ ਨੇ ਜੀ। ਓਕੇ, ਇਹ ਪੰਪ ਤੱਕ ਲਾਈਵ ਕਰਾਂਗੇ ਸਰਦਾਰ ਸਾਹਿਬ। ਉਹ ਚੱਲ ਦੇਖ ਲਈ ਜਿਹੜੇ ਅਵੇਲੇਬਲ ਹੈ। ਜਸਟ ਸ਼ੇਅਰ ਦ ਰਾਈਟ ਵਨ। ਠੀਕ ਹੈ, ਤੇ ਆਪਣੀ ਵੀ ਭੇਜ ਦਾਂ ਤੁਹਾਨੂੰ ਲਿੰਕ। ਪਾਣੀ ਪਿਲਾ ਦਿਓ ਕਿਹਨਾਂ ਨੂੰ? ਬੇਟੇ ਪਾਣੀ ਲਿਆ, ਉਹ ਲਿਆ। ਹਾਂਜੀ, ਆਹ ਮੇਰਾ ਫੋਨ ਥੋੜਾ ਧਿਆਨ ਰੱਖੋ। ਮੈਂ ਧਿਆਨ ਉਹ ਇੰਟਰੋਡਕਸ਼ਨ ਨਹੀਂ ਮੈਂ ਦੇਣੀ, ਫਿਰ ਲੰਬੀ ਹੋ ਜਾਣੀ ਬਹੁਤ ਜ਼ਿਆਦਾ। ਠੀਕ ਹੈ, ਠੀਕ ਹੈ ਜੀ, ਰੈਡੀ। ਦੇਖੋ ਉਹਨਾਂ ਦਾ ਪਾਣੀ ਵਾਲਾ ਕੰਮ ਨਹੀਂਗਾ, ਉਹਨਾਂ ਕੁਛ ਨਹੀਂ, ਫੋਟੋ ਖਿੱਚਣੀ ਹੈ। ਦੱਸ ਦੇਣਾ ਜੀ ਦੋਸਤੋ, ਤੁਹਾਡਾ ਸਾਰਿਆਂ ਦਾ ਜਿੱਥੇ ਮੀਡੀਆ ਦਾ ਸਵਾਗਤ ਹੈ ਜੀ। ਅੱਜ ਇੱਕ ਬੜਾ ਅਹਿਮ ਪ੍ਰੋਗਰਾਮ ਜਿਹੜਾ ਆਲ ਇੰਡੀਆ ਕਿਸਾਨ ਕਾਂਗਰਸ ਕਰਨ ਜਾ ਰਹੀ ਆ 9 ਦਸੰਬਰ ਨੂੰ ਜੰਤਰ ਮੰਤਰ ਵਿਖੇ। ਅਸੀਂ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕ ਵਿੱਚ। ਇਸ ਦੀ ਨੌਬਤ ਇਸ ਲਈ ਆਈ ਕਿਉਂਕਿ ਜਦੋਂ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਖਤਮ ਕੀਤਾ 2021 ਵਿੱਚ ਬੀਜੇਪੀ ਦੀ ਸਰਕਾਰ ਨੇ, ਤਾਂ ਉਹਦੇ 'ਚ ਬੜੇ ਪੁਖਤਾ ਵਾਅਦੇ ਕੀਤੇ ਸੀਗੇ ਕਿਸਾਨ ਜਥੇਬੰਦੀਆਂ ਨਾਲ ਕਿ ਅਸੀਂ ਤੁਹਾਡੇ ਸਾਰੇ ਵਾਅਦੇ ਜਿਹੜੇ ਅਸੀਂ ਲਾਗੂ ਕਰਾਂਗੇ ਤੇ ਤੁਸੀਂ ਅੰਦੋਲਨ ਕਿਰਪਾ ਕਰਕੇ ਚੱਕ ਲਿਓ। ਕਿਉਂਕਿ ਯੂਪੀ ਦੀ ਇਲੈਕਸ਼ਨ ਆ ਰਹੀ ਸੀਗੀ, ਬੀਜੇਪੀ ਬਹੁਤ ਵਰਿਡ ਸੀਗੀ, ਤਾਂ ਕਿਸਾਨਾਂ ਨੇ ਉਹਨਾਂ ਤੇ ਭਰੋਸਾ ਕਰਕੇ ਅੰਦੋਲਨ ਚੱਕ ਲਿਆ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ 1.25 ਸਾਲ ਬੀਤਣ ਤੋਂ ਬਾਅਦ ਜਿਹੜਾ ਐਡਾ ਲੰਬਾ ਕਿਸਾਨ ਅੰਦੋਲਨ ਚੱਲਿਆ, ਜਿਹਦੇ 600-700 ਕਿਸਾਨ ਜਿਹੜੇ ਸੀਗੇ ਉਹਨਾਂ ਨੇ ਆਪਣੀ ਜਾਨਾਂ ਗਵਾਈਆਂ, ਲੇਕਿਨ ਇਹ 1.25 ਸਾਲ ਤੋਂ ਬਾਅਦ ਕੋਈ ਵੀ ਉਹਨਾਂ ਦੀ ਜਿਹੜੀ ਮੰਗ ਸੀਗੀ ਉਹ ਪੁਖਤਾ ਲਾਗੂ ਨਹੀਂ ਕੀਤੀ ਗਈ ਪ੍ਰੋਪਰਲੀ। ਮੈਂ ਤੁਹਾਨੂੰ ਕੋਈ 8-9 ਨੁਕਤੇ ਗਿਣਾਉਣੇ ਨੇ। ਕੁਝ ਕਿਸਾਨ ਅੰਦੋਲਨ ਦੇ ਜਿਹੜੇ ਨੁਕਤੇ ਸੀ ਉਹ ਵੀ, ਕੁਝ ਨਵੇਂ ਨੁਕਤੇ ਵੀ ਨੇ ਜਿਹੜਾ ਅਸੀਂ ਆਲ ਇੰਡੀਆ ਕਿਸਾਨ ਕਾਂਗਰਸ ਆਉਣ ਵਾਲੇ ਸਮੇਂ 'ਚ 2024 ਦੇ ਜਿਹੜਾ ਸਾਡਾ ਇਲੈਕਸ਼ਨ ਮੈਨੀਫੈਸਟੋ ਬਣੇਗਾ ਕਾਂਗਰਸ ਪਾਰਟੀ ਦਾ, ਉਹਦੇ 'ਚ ਅਸੀਂ ਕੋਸ਼ਿਸ਼ ਕਰਕੇ ਉਹ ਇਨਕਲੂਡ ਕਰਾਵਾਂਗੇ ਤਾਂ ਕਿ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਜਿਹੜਾ ਹੈ ਉਹ ਠੋਸ ਵਾਅਦੇ ਕੀਤੇ ਜਾ ਸਕਣ। ਸੋ ਪਹਿਲਾ ਨੁਕਤਾ ਜਿਹੜਾ ਸਭ ਤੋਂ ਵੱਡਾ, ਜਿਹਦੇ ਕਰਕੇ ਕਿਸਾਨ ਹਤਾਸ਼ ਹੈ, ਜਿਹਦੇ ਕਰਕੇ ਕਿਸਾਨ ਸਾਰੇ ਦੇਸ਼ ਦਾ ਕਰਜ਼ਈ ਆ, ਜਿਹਦੇ ਕਰਕੇ ਕਿਸਾਨ ਆਤਮ ਹੱਤਿਆ ਕਰ ਰਿਹਾ ਸਾਰੇ ਦੇਸ਼ ਵਿੱਚ, ਉਹ ਸੀਗਾ ਮਿਨੀਮਮ ਸਪੋਰਟ ਪ੍ਰਾਈਸ ਦਾ। ਤੁਹਾਨੂੰ ਸਭ ਨੂੰ ਪਤਾ ਕਿ ਮੋਦੀ ਸਾਹਿਬ ਦੀ ਸਰਕਾਰ ਨੇ ਕਿਹਾ ਕਿ ਅਸੀਂ MSP ਲਾਗੂ ਕਰਾਂਗੇ ਸਾਰੇ ਦੇਸ਼ ਵਿੱਚ, ਔਰ ਜਦੋਂ ਕਮੇਟੀ ਬਣਾਈ ਉਹਦੇ ਵਿੱਚ ਕਿਸੇ ਵੀ ਪਾਏਦਾਰ ਕਿਸਾਨ ਜਥੇਬੰਦੀ ਨੂੰ ਮੈਂਬਰ ਹੀ ਨਹੀਂ ਰੱਖਿਆ ਗਿਆ। ਮਿਸਟਰ ਸੰਜੇ ਅਗਰਵਾਲ ਜਿਹੜੇ ਰਿਟਾਇਰਡ ਐਗਰੀਕਲਚਰ ਸੈਕਟਰੀ ਸੀਗੇ, ਜਿਹੜੇ ਬਾਬੂ ਲੋਕ ਆ ਜਿਹੜੇ ਦਿੱਲੀ ਬੈਠੇ AC ਕਮਰਿਆਂ 'ਚ ਰਹਿੰਦੇ ਸਾਰੀ ਜ਼ਿੰਦਗੀ, ਉਹਨਾਂ ਨੂੰ ਬਣਾ ਕੇ ਚੇਅਰਮੈਨ ਤੇ ਬਣਾਤਾ ਜੀ ਕਿ ਅਸੀਂ ਫਰਜ਼ੀ ਜੇ ਕਿਸਾਨ ਜਥੇਬੰਦੀਆਂ ਜਿਹੜੀ ਬੀਜੇਪੀ ਦੇ ਨਾਲ ਸੀਗੀਆਂ ਪਹਿਲਾਂ ਹੀ, ਤੇ ਉਹਨਾਂ ਦੀ ਕਮੇਟੀ ਬਣਾਤੀ ਕਿ MSP ਤੇ ਗੱਲ ਕਰਨਗੇ। ਉਹ 6 ਮਹੀਨੇ ਕਮੇਟੀ ਬਣੀ ਨੂੰ ਵੀ ਹੋ ਗਏ ਨੇ, ਲੇਕਿਨ ਕੁਛ ਨਜ਼ਰ ਨਹੀਂ ਆ ਰਿਹਾ। ਜਦ ਕਿ ਬੀਜੇਪੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ 2019 'ਚ ਸਭ ਤੋਂ ਵੱਡਾ ਪ੍ਰੋਮਿਸ ਸੀਗਾ ਕਿ ਅਸੀਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ, ਔਰ ਮੋਦੀ ਸਾਹਿਬ ਨੇ ਆਪ ਵਾਅਦਾ ਕੀਤਾ ਕਿ ਅਸੀਂ ਦੇਸ਼ ਵਿੱਚ ਕਿਸਾਨਾਂ ਦਾ 2022 ਤੱਕ ਉਹਨਾਂ ਦੀ ਆਮਦਨ ਜਿਹੜੀ ਦੁੱਗਣੀ ਕਰਾਂਗੇ। ਦੁੱਗਣੀ ਦਾ ਕੀ ਕਰਨੀ ਸੀਗੀ? ਅੱਜ ਸਾਰੇ ਦੇਸ਼ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਕਰਜ਼ੇ ਦੀ ਮਾਰ ਕਰਕੇ ਮਰ ਰਹੇ ਨੇ। ਜਿਹੜਾ ਆਫੀਸ਼ੀਅਲ ਡਾਟਾ ਗਵਰਨਮੈਂਟ ਨੇ ਰਿਲੀਜ਼ ਕੀਤਾ ਉਹਦੇ ਮੁਤਾਬਕ 4 ਲੱਖ ਕਿਸਾਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਤਮ ਹੱਤਿਆ ਕੀਤੀ ਹੈ। ਇਹ ਉਹ ਆ ਜਿਹੜਾ ਸਰਕਾਰੀ ਡਾਟਾ ਵਾ। ਜਦ ਕਿ ਸਾਡਾ ਮੰਨਣਾ ਵਾ ਕਿ ਪੰਜਾਬ ਸਮੇਤ ਹਰਿਆਣਾ, ਤਾਮਿਲਨਾਡੂ ਤੱਕ ਬਹੁਤ ਜ਼ਿਆਦਾ ਆਤਮ ਹੱਤਿਆ ਹੋ ਰਹੀਆਂ, ਬਹੁਤ ਜ਼ਿਆਦਾ ਕਰਜ਼ਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ। ਸੋ MSP ਸਵਾਮੀਨਾਥਨ ਕਮੇਟੀ ਦੇ ਜਿਹੜਾ ਫਾਰਮੂਲਾ ਸੀਗਾ C2 + 50% ਫਾਰਮੂਲੇ ਦੇ ਹਿਸਾਬ ਨਾਲ ਲਾਗੂ ਹੋਣਾ ਚਾਹੀਦਾ ਵਾ। ਯਾਨੀ ਕਿ ਜਿੰਨੀ ਕੋਸਟ ਇਨਪੁਟ ਦੀ ਆਵੇਗੀ ਫਸਲਾਂ ਦੇ ਵਿੱਚ ਉਹਨੂੰ ਪੈਦਾ ਕਰਨ ਵਿੱਚ, ਉਹਦੇ ਓਵਰ ਐਂਡ ਅਬਵ 50% ਮੁਨਾਫੇ ਦੇ ਉੱਤੇ ਕਿਸਾਨਾਂ ਨੂੰ MSP ਦਿੱਤੀ ਜਾਵੇਗੀ। ਅਗਰ ਆਪਾਂ ਇਸ ਹਿਸਾਬ ਨਾਲ ਕੈਲਕੂਲੇਟ ਕਰੀਏ ਤਾਂ ਕਣਕ ਦਾ ਭਾਅ ਜਿਹੜਾ ਲਗਭਗ 2000 ਰੁਪਏ ਕੁਇੰਟਲ ਹੈ ਅੱਜ, ਇਹ ਆਲਮੋਸਟ 4000 ਰੁਪਏ ਕੁਇੰਟਲ ਹੋਣਾ ਚਾਹੀਦਾ ਵਾ ਤਾਂ ਕਿ ਕਿਸਾਨਾਂ ਨੂੰ ਰਾਹਤ ਮਿਲ ਸਕੇ। MSP ਨੰਬਰ 1 ਪੁਆਇੰਟ ਜਿਹੜਾ ਕਿ SKM ਨੇ ਵੀ ਆਪਣੇ ਜਿਹੜਾ ਅੰਦੋਲਨ ਵਿੱਚ ਰੱਖਿਆ ਸੀਗਾ। ਕਮੇਟੀ ਅਸੀਂ ਰਿਜੈਕਟ ਕਰ ਚੁੱਕੇ ਹਾਂ। ਸਾਰਾ ਆਪੋਜੀਸ਼ਨ ਪਾਰਟੀਆਂ, ਸਾਰੇ ਕਿਸਾਨ ਜਥੇਬੰਦੀਆਂ, ਇਹ ਕਮੇਟੀ ਦੁਬਾਰਾ ਬਣਨੀ ਚਾਹੀਦੀ MSP ਵਾਲੀ, ਔਰ ਇਹਦੇ 'ਚ ਫੇਅਰ ਰਿਪਰੈਜ਼ੈਂਟੇਸ਼ਨ ਕਿਸਾਨਾਂ ਨੂੰ ਸਾਰਿਆਂ ਨੂੰ ਮਿਲਣੀ ਚਾਹੀਦੀ ਹੈਗੀ ਆ। ਔਰ ਇਸ ਤੋਂ ਇਲਾਵਾ ਜਿਹੜਾ
ਜਿਹੜਾ ਇਸ ਵਕਤ ਕੀ ਹੋ ਰਿਹਾ ਵਾ ਕਿ ਓਵਰ ਅ ਪੀਰੀਅਡ ਆਫ ਟਾਈਮ ਜਿੱਦਾਂ ਮਹਿੰਗਾਈ ਵਧੀ ਦੇਸ਼ ਦੇ ਵਿੱਚ, ਉਸ ਹਿਸਾਬ ਦੇ ਨਾਲ ਫਸਲਾਂ ਦੇ ਭਾਅ ਨਹੀਂ ਤੈਅ ਕੀਤੇ ਗਏ। ਇਨਫਲੇਸ਼ਨ ਦੇ ਕਰਕੇ ਪ੍ਰਾਈਸ ਇੰਡੈਕਸ ਦੇ ਨਾਲ ਕਿਸੇ ਫਸਲ ਦਾ ਭਾਅ ਤੈਅ ਕਰਨ ਲੱਗਿਆ ਜੋੜਿਆ ਨਹੀਂ ਗਿਆ, ਜਿਹਦੇ ਕਰਕੇ ਸਾਰੇ ਦੇਸ਼ ਦਾ ਮੈਂ ਜ਼ਿਕਰ ਕੀਤਾ ਤੁਹਾਨੂੰ ਪਹਿਲਾਂ ਕਿ ਬਹੁਤ ਵੱਡੇ ਪੱਧਰ ਤੇ ਕਰਜ਼ਾ ਚੜਿਆ। ਉਹ ਕਰਜ਼ਾ ਥੋੜਾ ਕਰਜ਼ਾ ਵਾ, ਛੋਟੇ ਤੇ ਦਰਮਿਆਨੇ ਕਿਸਾਨ ਦਾ 2 ਲੱਖ ਰੁਪਈਆ, 3 ਲੱਖ ਰੁਪਈਆ, 4 ਲੱਖ ਰੁਪਈਆ, 10 ਲੱਖ ਰੁਪਈਆ, ਜਿਹਦੇ ਕਰਕੇ ਜਦੋਂ ਨਹੀਂ ਦੇ ਸਕਦੇ ਬੈਂਕਾਂ ਵਾਲੇ ਤੇ ਸਰਕਾਰ ਪ੍ਰੈਸ਼ਰ ਪਾਉਂਦੀ ਹੈ, ਉਹ ਆਤਮ ਹੱਤਿਆ ਕਰਦੇ ਨੇ। ਜਦ ਕਿ ਇਹਦੇ ਮੁਕਾਬਲੇ ਤੇ ਪਿਛਲੇ ਪਾਰਲੀਮੈਂਟ ਸੈਸ਼ਨ ਵਿੱਚ ਰਾਜ ਸਭਾ ਗਵਰਨਮੈਂਟ ਨੇ ਡਿਸਕਲੋਜ਼ ਕੀਤਾ ਟੂ ਅ ਮੈਂਬਰ, ਉਹਨੂੰ ਡਿਸਕਲੋਜ਼ ਕੀਤਾ ਉਹਨਾਂ ਨੇ ਕਿ ਪਿਛਲੇ 5 ਸਾਲਾਂ 'ਚ ਬੀਜੇਪੀ ਦੀ ਸਰਕਾਰ ਨੇ 10 ਲੱਖ ਕਰੋੜ ਰੁਪਈਆ ਜਿਹੜਾ ਅਸੀਂ ਕਾਰਪੋਰੇਟ ਘਰਾਣਿਆਂ ਦਾ ਮਾਫ ਕੀਤਾ ਇਸ ਦੇਸ਼ ਵਿੱਚ। ਪਿਛਲੇ 5 ਸਾਲਾਂ 'ਚ 10 ਲੱਖ ਕਰੋੜ ਰੁਪਈਆ। ਔਰ ਇਹ ਕਰਜ਼ਾ ਹੈਗਾ ਅਡਾਨੀਆਂ ਦਾ, ਅੰਬਾਨੀਆਂ ਦਾ, ਟਾਟਿਆਂ ਦਾ, ਬਿਰਲਿਆਂ ਦਾ, ਇੱਕ ਪਰਿਵਾਰ ਦਾ, ਇੱਕ ਕਾਰਪੋਰੇਟ ਦਾ ਕਰਜ਼ਾ ਕਈ ਵਾਰੀ 4-4, 5-5 ਹਜ਼ਾਰ ਕਰੋੜ ਰੁਪਈਆ ਮਾਫ ਹੋਇਆ ਵਾ। ਜਦ ਕਿ ਕਿਸਾਨਾਂ ਦੇ ਕਰੋੜਾਂ ਪਰਿਵਾਰ ਨੇ। ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ 11 ਲੱਖ ਫੈਮਲੀਜ਼ ਆਰ ਇਨਟੂ ਐਗਰੀਕਲਚਰ, 11 ਲੱਖ ਪਰਿਵਾਰ ਪੰਜਾਬ ਦੇ ਵਿੱਚ ਖੇਤੀ ਕਰਦੇ, ਉਹਨਾਂ ਦਾ 1 ਲੱਖ ਕਰੋੜ ਰੁਪਈਆ ਕਰਜ਼ਾ ਵਾ, ਲੇਕਿਨ ਇਹਨੂੰ ਕਦੀ ਕਿਸੇ ਨੇ ਮਾਫ ਨਹੀਂ ਕੀਤਾ। ਕਰਜ਼ਾ ਅਗਰ ਕਾਰਪੋਰੇਟ ਦਾ ਮਾਫ ਹੋ ਸਕਦਾ ਤੇ ਫਿਰ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ, ਔਰ ਖੇਤ ਮਜ਼ਦੂਰਾਂ ਦਾ ਇਹ ਤੋਂ ਵੀ ਬਹੁਤ ਘੱਟ ਆ, 25,000 ਰੁਪਈਆ, 50,000 ਰੁਪਈਆ ਗਰੀਬਾਂ ਦਾ, ਜਿਹੜੇ ਐਗਰੀਕਲਚਰ ਸੈਕਟਰ ਨਾਲ ਜੁੜੇ ਹੋਏ ਨੇ, ਉਹਨਾਂ ਦਾ ਜਿਹੜਾ ਕਰਜ਼ਾ ਹੈ ਉਹਦੀ ਮਾਫੀ ਦੀ ਗੱਲ ਅਸੀਂ ਇਸ 9 ਤਰੀਕ ਦੇ ਪ੍ਰਦਰਸ਼ਨ ਵਿੱਚ ਕਰਨ ਜਾ ਰਹੇ ਹਾਂ। ਨਾਲ ਹੀ ਬਹੁਤ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਰੇਟ ਆਫ ਇੰਟਰਸਟ ਹੈ ਬੈਂਕਾਂ ਦਾ ਐਗਰੀਕਲਚਰ ਸੈਕਟਰ 'ਚ, ਉਹ ਅਨਵਾਇਬਲ ਆ। ਇੰਨਾ ਕਿਸਾਨ, ਉਹਦੇ ਕੋਲ ਆਮਦਨ ਹੀ ਨਹੀਂ ਗੀ ਕਿ ਉਹ 10-11% ਵਿਆਜ ਭਰ ਸਕੇ। ਉਹੀ ਵਿਆਜ ਲੱਗ ਰਿਹਾ ਵਾ ਅਡਾਨੀਆਂ ਤੇ ਅੰਬਾਨੀਆਂ ਨੂੰ, ਉਹੀ ਵਿਆਜ ਲੱਗ ਰਿਹਾ 1.5 ਕਿੱਲੇ ਦੇ ਗਰੀਬ ਕਿਸਾਨ ਦੇ ਉੱਤੇ। ਸਾਰੀ ਦੁਨੀਆ ਜਿਹੜੇ ਵਿਕਸਿਤ ਮੁਲਕ ਨੇ, ਅਮਰੀਕਾ, ਯੂਰਪ ਸਮੇਤ ਹਰ ਜਗ੍ਹਾ ਦੇ ਉੱਤੇ ਜਿਹੜਾ ਐਗਰੀਕਲਚਰ ਨੂੰ ਸਬਸਿਡਾਈਜ਼ ਕੀਤਾ, ਰੇਟ ਆਫ ਇੰਟਰਸਟ ਉੱਥੇ ਅਮਰੀਕਾ ਵਿੱਚ 2.5% ਆ, ਸਿਰਫ 2.5%, ਸਾਡਾ 11% ਆ। ਅਸੀਂ ਚਾਹੁੰਦੇ ਹਾਂ ਕਿ ਰੇਟ ਆਫ ਇੰਟਰਸਟ ਪਹਿਲੇ ਝਟਕੇ ਵਿੱਚ 50% ਰੇਟ ਆਫ ਇੰਟਰਸਟ ਘਟਾਇਆ ਜਾਵੇ ਬੈਂਕਾਂ ਦਾ ਐਗਰੀਕਲਚਰ ਸੈਕਟਰ, ਟਰੈਕਟਰ ਲੈਣ ਵਾਸਤੇ, ਇੰਪਲੀਮੈਂਟ ਲੈਣ ਵਾਸਤੇ, ਖਾਦਾਂ ਲੈਣ ਵਾਸਤੇ, ਬੀਜ ਲੈਣ ਵਾਸਤੇ, ਦਵਾਈਆਂ ਲੈਣ ਵਾਸਤੇ। ਇਹ ਰੇਟ ਆਫ ਇੰਟਰਸਟ ਜਿਹੜਾ ਵਾ ਇਹ 4 ਤੋਂ 5% ਤੋਂ ਜ਼ਿਆਦਾ ਐਗਰੀਕਲਚਰ ਸੈਕਟਰ ਵਾਸਤੇ ਨਹੀਂ ਹੋਏਗਾ। ਔਰ ਇਹ ਗੱਲਾਂ ਜਿਹੜੀਆਂ ਮੈਂ ਕਰ ਰਿਹਾ, ਇਹ ਰਾਹੁਲ ਜੀ ਨਾਲ ਅਤੇ ਕਾਂਗਰਸ ਹਾਈ ਕਮਾਂਡ ਨਾਲ ਡਿਸਕਸ ਕਰਕੇ 2024 ਦੇ ਮੈਨੀਫੈਸਟੋ ਵਿੱਚ ਪਵਾਉਣ ਦਾ ਉਪਰਾਲਾ ਸਾਡੀ ਜਥੇਬੰਦੀ ਜਿਹੜੀ ਕਰੇਗੀ। ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ, ਜਿਹਦੇ ਨਾਲ ਜਿੰਨੇ ਵੀ ਰੈਗੂਲੇਟਰਸ ਨੇ ਸੂਬਿਆਂ ਦੇ ਵਿੱਚ, ਉਹ ਕੇਂਦਰ ਸਰਕਾਰ ਨੇ ਸਾਰਾ ਅਧਿਕਾਰ ਆਪਣੇ ਕੋਲ ਖੋਲਿਆ ਵਾ। ਸਾਡੇ ਬਿਜਲੀ ਬੋਰਡ ਪਹਿਲਾਂ ਹੀ ਫੇਲ ਹੋ ਚੁੱਕੇ ਨੇ, ਉਹ ਸਾਰਾ ਜਿਹੜਾ ਇਹ ਕਾਰਪੋਰੇਟ ਪ੍ਰਾਈਵੇਟ ਸੈਕਟਰ ਵਿੱਚ ਦੇਣ ਨੂੰ ਫਿਰਦੇ ਨੇ। ਹਾਲਾਂਕਿ ਪੰਜਾਬ ਵਰਗੀ ਸਟੇਟ ਵਿੱਚ ਇੱਕ ਨਵਾਂ ਪੈਸਾ ਡਿਸਟ੍ਰੀਬਿਊਸ਼ਨ ਐਂਡ ਜਿਹੜੀ ਉਹਦੀ ਹੈਗੀ ਆ ਬਿਜਲੀ ਦਾ ਨੈਟਵਰਕ ਵਿਛਾਉਣ ਵਿੱਚ ਕਿਸੇ ਪ੍ਰਾਈਵੇਟ ਕੰਪਨੀ ਦਾ ਇੱਕ ਨਵਾਂ ਪੈਸਾ ਰੋਲ ਨਹੀਂਗਾ। ਸਾਰਾ ਪੰਜਾਬ ਸਰਕਾਰ ਨੇ ਆਪਣੇ ਹੱਥੀਂ ਕੀਤਾ ਵਾ, ਲਾਈਨਾਂ ਵਿਛਾਈਆਂ, ਬਿਜਲੀ ਪੈਦਾ ਕੀਤੀ, ਬਿਜਲੀ ਟਰਾਂਸਪੋਰਟ ਕੀਤੀ। ਲੇਕਿਨ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਜਿਹੜਾ 2022 ਕੀਤਾ ਬੀਜੇਪੀ ਨੇ ਪਾਸ, ਉਹ ਆਪਣੇ ਰੈਗੂਲੇਟਰਸ ਲਾਉਣਗੇ ਤੇ ਆਪਣੀ ਮਰਜ਼ੀ ਦੇ ਨਾਲ ਪ੍ਰਾਈਵੇਟ ਸੈਕਟਰ ਦੇ ਲੋਕਾਂ ਨੂੰ, ਸਾਡੇ ਜਿਹੜੇ PSPSL ਵਰਗੇ ਅਦਾਰੇ ਨੇ, PSPCL ਵਰਗੇ, ਉਹ ਸਾਰੇ ਪ੍ਰਾਈਵੇਟ ਸੈਕਟਰ ਨੂੰ ਹੈਂਡਓਵਰ ਕਰ ਦੇਣਗੇ। ਇਹ ਮਸਲਾ ਵੀ ਜਿਹੜਾ ਸਾਡਾ ਉਹਦੇ ਵਿੱਚ ਹੋਵੇਗਾ। ਲਖੀਮਪੁਰ ਖੇੜੀ ਦਾ ਕਤਲ, 4 ਬੰਦਿਆਂ ਨੂੰ ਰੌਂਦਿਆ ਅਜੇ ਮਿਸ਼ਰਾ ਮਿਨਿਸਟਰ ਆਫ ਹੋਮ ਫॉर ਸਟੇਟ ਬੀਜੇਪੀ ਦੇ, ਗਵਰਨਮੈਂਟ ਆਫ ਇੰਡੀਆ ਦੇ, ਉਹਦੇ ਬੇਟੇ ਨੇ ਜਿਹੜਾ ਮਾਰਿਆ ਉਸ ਨੂੰ, ਉਹਨਾਂ ਦੇ ਖਿਲਾਫ ਬੀਜੇਪੀ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਹੋਮ ਮਿਨਿਸਟਰ ਨੂੰ, ਅਜੇ ਮਿਸ਼ਰਾ ਨੂੰ, ਗਵਰਨਮੈਂਟ ਆਪਣੀ ਕੈਬਨਿਟ ਵਿੱਚੋਂ ਬਾਹਰ ਕੱਢੇ। ਔਰ ਜਿਹੜੇ 4 ਆਦਮੀ ਕਿਸਾਨਾਂ ਸਮੇਤ ਇੱਕ ਜਰਨਲਿਸਟ ਸੀਗਾ, ਮੀਡੀਆ ਪਰਸਨ ਮਾਰਿਆ ਗਿਆ ਸੀ, ਰੌਂਦ ਦਿੱਤਾ ਜੀਪ ਦੇ ਥੱਲੇ, ਉਹਨਾਂ ਨੂੰ ਇਨਸਾਫ ਤੇ ਢੁਕਵਾਂ ਮੁਆਵਜ਼ਾ ਲੈਣਾ ਵੀ ਸਾਡੇ ਇਸ ਗੱਲ ਦਾ ਹੋਵੇਗਾ। ਕ੍ਰੌਪ ਇੰਸ਼ੋਰੈਂਸ, ਮੈਂ ਅੱਜ ਪਿਛਲੇ ਦਿਨੀ ਛੱਤੀਸਗੜ੍ਹ, ਮੱਧ ਪ੍ਰਦੇਸ਼, ਉੜੀਸਾ, ਕੇਰਲਾ, ਤਾਮਿਲਨਾਡੂ ਸਾਰੀਆਂ ਸਟੇਟਸ ਜਾ ਕੇ ਆਇਆ। ਜਿਹੜਾ ਪ੍ਰਾਈਮ ਮਿਨਿਸਟਰ ਬੀਮਾ ਯੋਜਨਾ ਚੱਲ ਰਹੀ ਹੈ, ਸਾਰੀ ਫਰਾਡ ਆ। ਸਾਰੇ ਵਿੱਚ ਬਹੁਤ ਵੱਡੇ ਪੱਧਰ ਤੇ ਘਪਲਾ ਹੋ ਰਿਹਾ ਵਾ। ਕਿਸਾਨ ਤੱਕ ਕੋਈ ਉਹਦਾ ਮੁਆਵਜ਼ਾ ਨਹੀਂ ਪਹੁੰਚ ਰਿਹਾ। ਅੱਜ ਪੰਜਾਬ ਤੁਸੀਂ ਲਾ ਲਓ, ਆ ਜਿਹੜਾ ਫਸਲਾਂ ਖਰਾਬ ਹੋਈਆਂ, ਸਾਡਾ ਕਪਾਹ ਖਰਾਬ ਹੋਈ, ਝੋਨਾ ਖਰਾਬ ਹੋਇਆ ਬੇਮੌਸਮੀ ਬਾਰਿਸ਼ ਨਾਲ, ਗੁਲਾਬੀ ਸੁੰਡੀ ਨਾਲ, ਚਿੱਟੀ ਸੁੰਡੀ ਨਾਲ। ਇੱਕ ਨਵਾਂ ਪੈਸਾ ਮੁਆਵਜ਼ਾ ਸਰਕਾਰਾਂ ਨਹੀਂ ਦੇ ਪਾ ਰਹੀਆਂ, ਨਾ ਕਿਸੇ ਗਵਰਨਮੈਂਟ ਆਫ ਇੰਡੀਆ ਨੇ ਕ੍ਰੌਪ ਇੰਸ਼ੋਰੈਂਸ ਸਕੀਮ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ। ਦਿਸ ਹੈਜ਼ ਟੂ ਬੀ ਰਿਵਾਈਜ਼ਡ ਐਂਡ compensation insurance should be paid of 100% loss or whatever is the quantum of loss, but it should be paid in time and it should be paid transparently and
ਇਨ ਅ ਪ੍ਰੋਪਰ ਇਫੈਕਟਿਵ ਮੈਨਰ। ਇਸੇ ਤਰ੍ਹਾਂ ਹੀ ਅੱਗੇ ਅਸੀਂ ਪੈਨਸ਼ਨ ਦੀ ਗੱਲ ਕਰ ਰਹੇ ਹਾਂ। ਦੇਖੋ ਸਾਰੇ ਦੇਸ਼ ਵਿੱਚ ਜਿਹੜੇ ਮੁਲਾਜ਼ਮ ਨੇ 25 ਸਾਲ ਨੌਕਰੀ ਕਰਦੇ ਨੇ, ਉਹਨਾਂ ਨੂੰ ਅਖੀਰਲੀ ਤਨਖਾਹ ਦਾ 50% ਪੈਨਸ਼ਨ ਮਿਲਦਾ। ਲੱਖਾਂ ਰੁਪਏ ਪੈਨਸ਼ਨ ਲੈ ਰਹੇ ਨੇ ਜਿਹੜੇ ਇੰਪਲੋਈਜ਼ ਨੇ, ਅਸੀਂ ਉਹਨਾਂ ਦੇ ਖਿਲਾਫ ਨਹੀਂ ਗੇ। ਪਰ ਜਿਹੜਾ ਕਿਸਾਨ ਤੇ ਖੇਤ ਮਜ਼ਦੂਰ, ਉਹਨੇ ਸਾਰੀ ਜ਼ਿੰਦਗੀ ਦੇਸ਼ ਲਈ ਕੰਮ ਕੀਤਾ ਵਾ। ਸਵੇਰੇ 5 ਵਜੇ 4 ਵਜੇ ਉੱਠਦਾ, ਜਦੋਂ ਸਾਰਾ ਦੇਸ਼ ਏਸੀ ਛੱਡ ਕੇ ਸੁੱਤਾ ਹੁੰਦਾ ਵਾ, ਉਹ ਗਰੀਬ ਆਦਮੀ ਉੱਠ ਕੇ ਆਪਣੇ ਜ਼ਮੀਨਾਂ ਵਿੱਚ ਆਪਣੀਆਂ ਔਰਤਾਂ ਦੇ ਸਮੇਤ ਕੰਮ ਕਰਦੇ ਨੇ, ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਗੀ। ਜਿਹੜਾ ਕਿਸਾਨ, ਇੱਕ ਫੈਮਿਲੀ ਯੂਨਿਟ ਦਾ ਇੱਕ ਕਿਸਾਨ ਜਦੋਂ 60 ਸਾਲ ਤੋਂ ਉੱਤੇ ਉਹਦੀ ਉਮਰ ਹੋ ਜਾਵੇ, ਸਾਡੀ ਜਥੇਬੰਦੀ ਪ੍ਰਪੋਜ਼ ਕਰੇਗੀ, ਉਹ ਆਫਕੋਰਸ ਨੈਗੋਸ਼ੀਏਬਲ ਹੈ ਕਿ 5000 ਰੁਪਈਆ ਪ੍ਰਤੀ ਕਿਸਾਨ ਅਤੇ 5000 ਰੁਪਈਆ ਇੱਕ ਜਿਹੜਾ ਕਿਸਾਨ ਦਾ ਖੇਤ ਮਜ਼ਦੂਰ ਆ, ਉਹਨਾਂ ਨੂੰ ਲਗਾਤਾਰ ਹਰ ਮਹੀਨੇ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਆ। ਇਹ ਵੀ ਇੱਕ ਬਹੁਤ ਇੰਪੋਰਟੈਂਟ ਹੈ। ਜਿਹੜੇ ਝੂਠੇ ਮੁਕੱਦਮੇ ਦਰਜ ਹੋਏ ਕਿਸਾਨਾਂ 'ਤੇ 30-35 ਹਜ਼ਾਰ, ਉਹ ਬੀਜੇਪੀ ਸਰਕਾਰ ਨੇ ਹਾਲੇ ਤੱਕ ਵਾਪਸ ਨਹੀਂ ਲਿਆ, ਉਹ ਵੀ ਸਾਡੇ ਇਸ ਏਜੰਡੇ 'ਤੇ ਹੋਵੇਗਾ। ਔਰ ਜਿਹੜਾ ਕੰਪਨਸੇਸ਼ਨ ਮਿਲਣੀ ਸੀ, ਜਿਹੜੇ ਲੋਕ ਮਾਰੇ ਗਏ ਨੇ, ਉਹ ਬਹੁਤ ਡਿਲੇਡ ਆ, ਬਹੁਤ ਥੋੜੀ ਆ, ਔਰ ਉਸ ਕੰਪਨਸੇਸ਼ਨ ਨੂੰ ਪੂਰਾ ਇਫੈਕਟਿਵਲੀ ਦੇਵੇ ਸਰਕਾਰ। ਇੱਕ ਸਕੀਮ ਮੈਂ ਆਪਣੇ ਵੱਲੋਂ ਸੁਜੈਸਟ ਕਰੂੰਗਾ, ਜਿਹੜੀ ਕਿ ਅਸੀਂ 24 ਦੇ ਮੈਨੀਫੈਸਟੋ 'ਚ ਪਾਉਣ ਦੀ ਪੂਰੀ ਕੋਸ਼ਿਸ਼ ਪਾਵਾਂਗੇ, ਕਿ ਜਿਹੜਾ ਮਨਰੇਗਾ ਸਕੀਮ ਹੈ ਇਸ ਦੇਸ਼ ਵਿੱਚ ਲੇਬਰ ਦਾ, ਜਿਹੜਾ ਉਹਦੇ ਵਿੱਚ ਉਹ ਸਕੀਮ ਬੜੀ ਅੱਛੀ ਇੰਟਰੋਡਿਊਸ ਕੀਤੀ ਸੀ, ਲੇਕਿਨ ਜਦੋਂ ਜ਼ਮੀਨ 'ਤੇ ਜਾਂਦੀ ਕੋਈ ਵੀ ਸਕੀਮ, ਉਹਦੇ 'ਚ ਘਪਲਾ ਬਹੁਤ ਹੋ ਰਿਹਾ ਵਾ। ਅਫਸਰ ਜਿਹੜੇ ਨੇ ਉਹ ਕਈਆਂ ਨਾਲ ਆਪਸ ਮਿਲੀ ਭੁਗਤ ਕਰਕੇ, ਜੌਬ ਕਾਰਡ ਹੋਲਡਰਸ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਵੀ ਨਹੀਂ ਹੁੰਦਾ, ਉਹਨਾਂ ਦੇ ਕਾਰਡਾਂ ਦੇ ਉੱਤੇ ਬੇਤਹਾਸ਼ਾ ਪੈਸਾ, ਅਫਸਰਸ਼ਾਹੀ ਜਿਹੜੀ ਆ ਉਹ ਥੱਲੇ ਜ਼ਮੀਨ 'ਤੇ ਖਾ ਰਹੀ ਆ। ਔਰ ਇਸੇ ਤਰ੍ਹਾਂ ਹੀ ਉਹਨਾਂ ਨੂੰ ਕੰਮ ਵੀ ਨਹੀਂ ਮਿਲਦਾ ਲਗਾਤਾਰ ਸਾਲ। 100 ਡੇਜ਼ ਦੀ ਗਾਰੰਟੀ ਸੀਗੀ, 100 ਦਿਨ ਵੀ ਕੰਮ ਗਰੀਬਾਂ ਨੂੰ ਨਹੀਂ ਮਿਲਦਾ। ਮੇਰੀ ਪ੍ਰਪੋਜ਼ਲ ਇਹ ਆ, ਸਾਡੀ ਜਥੇਬੰਦੀ ਆਲ ਇੰਡੀਆ ਕਿਸਾਨ ਕਾਂਗਰਸ ਪ੍ਰਪੋਜ਼ ਕਰਦੀ ਆ ਕਿ ਮਨਰੇਗਾ ਨੂੰ ਫਾਰਮਿੰਗ ਸੈਕਟਰ ਨਾਲ ਕਨੈਕਟ ਕੀਤਾ ਜਾਵੇ, ਤਾਂ ਕਿ ਮਜ਼ਦੂਰ ਨੂੰ ਸਾਰਾ ਸਾਲ ਕੰਮ ਮਿਲ ਸਕੇ, ਉਹ ਖੇਤਾਂ ਵਿੱਚ ਕੰਮ ਕਰੇ, ਉਸ ਦਾ ਪੇਮੈਂਟ ਜਿਹੜੀ ਮਨਰੇਗਾ ਦੇ ਵਿੱਚ ਹੋਵੇ, ਤੇ ਕਿਸਾਨ ਨੂੰ ਫਾਇਦਾ ਹੋਊਗਾ ਕਿ ਉਹਨੂੰ ਸਬਸਿਡਾਈਜ਼ਡ ਲੇਬਰ ਮਿਲ ਜੂਗੀ। ਇਹ ਕੋਈ ਨਵੀਂ ਗੱਲ ਨਹੀਂ ਹੈ, ਸਾਰੀ ਦੁਨੀਆ ਦੇ ਵਿੱਚ ਸਬਸਿਡੀ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ 'ਤੇ ਦਿੱਤੀ ਜਾ ਰਹੀ। ਜਾਂ ਸਾਰੀ ਸਰਕਾਰ ਖਰਚਾ ਚੱਕੇ ਮਨਰੇਗਾ ਦਾ ਖੇਤਾਂ ਦੇ ਵਿੱਚ ਕੰਮ ਕਰਨ ਵਾਸਤੇ, ਜਾਂ ਇਟ ਕੈਨ ਬੀ ਵਰਕਡ ਆਊਟ ਕਿ ਅੱਧਾ ਖਰਚਾ ਲੇਬਰ ਦਾ ਉਹ ਜ਼ਿਮੀਂਦਾਰ ਦਊ, ਕਿਸਾਨ ਦੇਣਗੇ, ਤੇ ਅੱਧਾ ਜਿਹੜਾ ਖਰਚਾ ਵਾ ਉਹ ਮਨਰੇਗਾ ਦੀ ਸਕੀਮ ਦੇ ਤਹਿਤ, ਕਿਉਂਕਿ ਮਨਰੇਗਾ ਦਾ ਪੈਸਾ ਵੇਸਟ ਹੋ ਰਿਹਾ, ਉਹਨਾਂ ਛੱਪੜਾਂ 'ਤੇ ਦੁਬਾਰਾ ਉਹਨਾਂ ਸੜਕ ਦੇ ਕੰਢਿਆਂ ਦੇ ਉੱਤੇ ਦੁਬਾਰਾ ਘਾਹ ਖੋਦਣ 'ਤੇ ਭੇਜਿਆ ਜਾਂਦਾ, ਜਿਹਦੀ ਕੋਈ ਪ੍ਰੋਡਕਸ਼ਨ ਨਹੀਂ ਗੀ, ਜਿਹਦੀ ਪ੍ਰੋਡਕਟਿਵਿਟੀ ਕੋਈ ਨਹੀਂ ਗੀ। ਵੇਅਰ ਐਜ਼ ਜਦੋਂ ਫਾਰਮਿੰਗ ਵਿੱਚ ਜਾਣਗੇ, ਦੇ ਵਿਲ ਬੀ ਪ੍ਰੋਡਿਊਸਿੰਗ crops like wheat, paddy, sugarcane, potatoes, vegetables, horticulture, ਸਾਰਾ ਸਾਲ ਉਹਨਾਂ ਨੂੰ ਕੰਮ ਮਿਲੇਗਾ। ਔਰ ਮਨਰੇਗਾ ਇੱਕ ਸੁਪਰ ਹਿੱਟ ਸਕੀਮ ਜਿਹੜੀ ਉਹ ਮੰਨੀ ਜਾਵੇਗੀ। ਔਰ ਇੱਕ ਲਾਸਟ ਵਿੱਚ ਜਿਹੜੀ ਗੱਲ ਆ ਕਿ ਜਿਹੜੇ ਸਾਈਲੋਜ਼ ਨੇ, ਸਾਰੇ ਦੇਸ਼ ਵਿੱਚ ਸਟੋਰੇਜ ਕੈਪੈਸਿਟੀ ਬਣਾ ਰਹੀ ਆ, ਖਾਸ ਤੌਰ 'ਤੇ ਕਣਕ ਦੇ। ਤੁਸੀਂ ਦੇਖਿਆ ਜਿੱਦਾਂ ਮੋਗੇ ਦੇ ਲਾਗੇ ਅਡਾਨੀਆਂ ਦਾ ਸਾਈਲੋ ਬਣਿਆ ਹੋਇਆ ਬਹੁਤ ਵੱਡਾ। ਇਹ ਜਿਹੜੇ ਸਾਈਲੋਜ਼ ਨੇ, ਇਹ ਐਗਰੀਕਲਚਰ ਨਾਲ ਕਨੈਕਟਡ ਹੀ ਨੇ। ਸਟੋਰੇਜ ਵੀਟ ਦੀ ਕਰਨੀ ਆ, ਜ਼ਮੀਨ ਕਿਸਾਨ ਦੀ ਖੋਣੀ ਆ, ਤੇ ਦਿੱਤੇ ਗਏ ਨੂੰ ਸਾਰੇ ਸਾਈਲੋਜ਼, ਆਮਦਨ ਜਾਵੇਗੀ ਕਾਰਪੋਰੇਟ ਘਰਾਣਿਆਂ ਨੂੰ, ਅਡਾਨੀ ਵਰਗਿਆਂ ਨੂੰ। ਵੀ ਵਿਲ ਸਟਰੋਂਗਲੀ ਅਪੋਜ਼ ਦਿਸ। ਵੀ ਵਾਂਟ ਕਿ ਇਹਦੀ ਕੋਆਪਰੇਟਿਵ ਸੁਸਾਇਟੀਆਂ ਬਣਾਈਆਂ ਜਾਣ। ਫਰਜ਼ ਕਰੋ ਮੋਗੇ ਦੇ ਵਿੱਚ ਸਾਈਲੋ ਬਣਾਉਣਾ ਵਾ, ਉਹਦੇ ਜਿਹੜੇ ਜਿੰਨੇ ਕਿਸਾਨ ਤੁਸੀਂ ਅਪਰੂਟ ਕਰ ਰਹੇ ਹੋ, ਉਹ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਹੋਣ, ਯਾਨੀ ਕਿ ਮਾਲਕ ਹੋਣਗੇ। ਔਰ ਇੱਦਾਂ ਹੀ ਉਸ ਇਲਾਕੇ ਦਾ ਟੋਟਲ ਜਿਹੜਾ ਕਿਸਾਨ ਆ, ਉਹਦੀ ਨਫਰੀ ਏਰੀਆ ਕੈਨ ਬੀ ਡਿਫਾਈਨਡ, 10,000 20,000 ਫੈਮਲੀਜ਼। ਉਹ ਜਿਹੜੀ ਸਾਈਲੋਜ਼ ਤੋਂ ਆਮਦਨ ਆਵੇਗੀ ਕਿਰਾਏ ਦੀ, ਉਹਨਾਂ ਕਿਸਾਨਾਂ ਦੇ ਦਰਮਿਆਨ ਉਹ ਵੰਡੀ ਜਾ, ਉਹਨਾਂ ਨੂੰ ਮਾਲਕ ਬਣਾਇਆ ਜਾਵੇ। ਕਿਉਂਕਿ ਜਿਹੜੇ ਅੰਬਾਨੀ ਅਡਾਨੀ ਵੀ ਸਾਈਲੋ ਬਣਾਉਣਗੇ, ਉਹ ਬੈਂਕਾਂ ਦਾ ਕਰਜ਼ਾ ਲੈ ਕੇ ਚੱਕ ਕੇ ਬਣਾਉਂਦੇ ਨੇ। ਗਵਰਨਮੈਂਟ ਸ਼ੁੱਡ ਫੈਸਿਲਿਟੇਟ ਕਿ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਬਣਾਈਆਂ ਜਾਣ ਰਜਿਸਟਰ, ਗਵਰਨਮੈਂਟ ਉਹਨਾਂ ਨੂੰ ਸੌਫਟ ਲੋਨ ਲੈ ਕੇ ਦੇਵੇ ਬੈਂਕਾਂ ਤੋਂ। ਸਾਈਲੋਜ਼ ਬਣਾਉਣ ਵਿੱਚ ਗਵਰਨਮੈਂਟ ਉਹਨਾਂ ਦੀ ਮਦਦ ਕਰੇ, ਬਣਾ ਕੇ ਇਹਨਾਂ ਕਿਸਾਨਾਂ ਨੂੰ ਤੇ ਸੁਸਾਇਟੀਆਂ ਨੂੰ ਮਾਲਕ ਬਣਾ ਕੇ ਉਹਨਾਂ ਨੂੰ ਉਹਦੀ ਆਮਦਨ ਜਿਹੜੀ ਆ ਉਹ ਦਿੱਤੀ ਜਾਵੇ। ਕਿਸੇ ਵੇਲੇ ਕਿਹਾ ਗਿਆ ਸੀਗਾ, ਉੱਤਮ ਖੇਤੀ, ਮੱਧ ਵਪਾਰ, ਨਿਖਿੱਧ ਨੌਕਰੀ। ਅੱਜ ਸਾਡੇ ਦੇਸ਼ ਵਿੱਚ ਉਲਟਾ ਕੰਮ ਹੋ ਗਿਆ। ਸਭ ਤੋਂ ਵਧੀਆ ਬਣਾਤਾ ਵਪਾਰ ਤੇ ਨੌਕਰੀ, ਤੇ ਜਿਹੜਾ ਜ਼ਿਮੀਂਦਾਰ ਕਿਸਾਨ ਤੇ ਖੇਤ ਮਜ਼ਦੂਰ ਆ ਉਹ ਭੁੱਖਾ ਮਰ ਰਿਹਾ ਵਾ, ਉਹਨੂੰ ਸਭ ਤੋਂ ਥੱਲੇ ਲੈਣ। ਔਰ ਸਭ ਤੋਂ ਅੱਛਾ, ਸਭ ਤੋਂ ਸਾਫ਼, ਸਭ ਤੋਂ ਇੱਕ ਇਮਾਨਦਾਰੀ ਦਾ ਆ 10 ਨਹੁੰ ਦੀ ਕਿਰਤ ਵਾਲਾ ਕੰਮ ਹੈ ਖੇਤੀ ਕਰਨਾ, ਮਿਹਨਤ ਕਰਨਾ। ਬਾਕੀ ਸਾਰੇ ਧੰਦਿਆਂ ਵਿੱਚ ਕਿਤੇ ਟੈਕਸ ਦੀ ਚੋਰੀ ਆ, ਕਿਤੇ ਰਿਸ਼ਵਤਖੋਰੀ ਆ। ਸਿਰਫ ਕਿਸਾਨ ਤੇ ਖੇਤ ਮਜ਼ਦੂਰ ਆ ਜਿਹੜਾ ਆਪਣੀ ਰੋਟੀ ਇਮਾਨਦਾਰੀ ਨਾਲ ਕਰਦਾ। ਸੋ ਇਸ ਕਰਕੇ
ਗਵਰਨਮੈਂਟ ਆਫ ਇੰਡੀਆ ਦਾ ਨੂੰ ਏਜੰਡੇ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਮਸਲੇ ਸਰਕਾਰ ਦੇ, ਕੇਂਦਰ ਸਰਕਾਰ ਦੇ ਏਜੰਡੇ ਤੇ ਲਿਆਉਣਾ ਸਾਡੇ ਜਥੇਬੰਦੀ ਦਾ ਕੰਮ ਹੈ। ਤੇ ਇਸ ਕਰਕੇ ਅਸੀਂ 9 ਦਸੰਬਰ ਨੂੰ ਚਲੋ ਦਿੱਲੀ ਦਾ ਨਾਰਾ ਦਿੱਤਾ ਵਾ। ਅਸੀਂ ਬਹੁਤ ਵੱਡਾ ਇਕੱਠ ਕਰਾਂਗੇ ਜੰਤਰ ਮੰਤਰ ਤੇ, ਔਰ ਕਿਸਾਨ ਦਿੱਲੀ ਦੀ ਸਰਕਾਰ ਨੂੰ ਮਜਬੂਰ ਵੀ ਕਰਾਂਗੇ ਕਿ ਉਹ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਤੇ ਨਾਲ 2024 ਵਿੱਚ ਜਿਹੜਾ ਕਾਂਗਰਸ ਆਪਣਾ ਮੈਨੀਫੈਸਟੋ ਬਣਾਵੇਗੀ ਉਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਮੈਂ ਇਸ਼ੂਜ਼ ਆਊਟਲਾਈਨ ਕੀਤੇ ਨੇ, ਪਲੱਸ ਹੋਰ ਇੰਪੋਰਟੈਂਟ ਇਸ਼ੂਜ਼ ਜਿਹੜੇ ਨੇ ਉਹ ਐਗਰੀਕਲਚਰ ਸੈਕਟਰ ਦੇ, ਉਹਨਾਂ ਨੂੰ ਇਨਕਲੂਡ ਕੀਤਾ ਜਾਵੇਗਾ। ਇਸ ਮਕਸਦ ਨਾਲ ਤੁਹਾਨੂੰ ਸਾਰਿਆਂ ਨੂੰ ਅੱਜ ਦੱਸਿਆ ਸੀਗਾ। ਸੋ ਮੇਰੀ ਸਾਰੇ ਜਿਹੜੇ ਤੁਹਾਡੇ ਜ਼ਰੀਏ ਸੁਣ ਰਹੇ ਨੇ, ਜਿੱਥੇ ਵੀ ਬੈਠਾ ਕੋਈ ਕਿਸਾਨੀ ਨਾਲ ਕਨੈਕਟਡ ਆ, ਸਭ ਨੂੰ ਅਪੀਲ ਆ ਕਿ ਸਾਡੇ ਇਸ ਧਰਨੇ ਵਿੱਚ ਸ਼ਾਮਲ ਹੋਵੋ। ਖੁੱਲ੍ਹਾ ਸੱਦਾ ਵਾ, ਹਾਲਾਂਕਿ ਹੈ ਆਲ ਇੰਡੀਆ ਕਿਸਾਨ ਕਾਂਗਰਸ ਵੱਲੋਂ ਆ, ਪਰ ਇਹ ਖੁੱਲ੍ਹਾ ਸੱਦਾ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਇਸ ਧਰਨੇ ਵਿੱਚ ਆਣ ਕੇ ਸ਼ਮੂਲੀਅਤ ਕਰਕੇ ਕਿਸਾਨੀ ਮੂਵਮੈਂਟ ਨੂੰ ਕਾਮਯਾਬ ਕਰੋ, ਤਾਂ ਕਿ ਕਿਸਾਨਾਂ ਦਾ ਜਿਹੜਾ ਹੈ ਉਹ ਆਉਣ ਵਾਲੇ ਸਮੇਂ 'ਚ ਤੇ ਖੇਤ ਮਜ਼ਦੂਰਾਂ ਦਾ ਭਲਾ ਹੋ ਸਕੇ। ਤੁਹਾਡਾ ਸਾਰਿਆਂ ਦਾ ਇੱਥੇ ਆਉਣ ਵਾਸਤੇ ਬਹੁਤ ਬਹੁਤ ਸ਼ੁਕਰੀਆ। ਐਸਕੇਐਮ ਵੱਲੋਂ ਵੀ ਜਿਹੜਾ ਐਸਕੇਐਮ ਗੈਰ ਰਾਜਨੀਤੀ ਕਿਹਾ ਜਾਂਦਾ ਜਿਹਦੇ ਨਜ਼ਦੀਕ ਸਿੰਘ ਡਾਲੇਵਾਲਾ ਉਹ ਵੀ ਪ੍ਰੋਗਰਾਮ ਕਰ ਰਹੇ ਨੇ 11 ਦਸੰਬਰ ਨੂੰ, ਉਹ ਵੀ ਕੀ ਕਰ ਰਹੇ ਨੇ ਸਿੰਘੂ ਬਾਰਡਰ ਤੇ, ਜਿੱਥੇ ਹਾਂਜੀ ਹਾਂਜੀ ਅਸੀਂ ਵੱਡਾ ਇਕੱਠ ਕਰ ਰਹੇ ਨੇ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ। ਕੀ ਤੁਸੀਂ ਉਹਦੇ ਵਿੱਚ ਵੀ ਸ਼ਾਮਲ ਹੋਵੋਗੇ? ਕਿਉਂਕਿ ਬਹੁਤ ਸਾਰੀਆਂ ਮੰਗਾਂ ਤੁਸੀਂ ਵੀ ਉਹੀ ਰੱਖੀਆਂ ਜਿਹੜੀਆਂ ਕਿਸਾਨ ਸਮਝ ਗਿਆ ਕਿਸਾਨ। ਮਸਲਾ ਇਹ ਆ ਕਿ ਉਹਨਾਂ ਦੇ ਜਥੇਬੰਦੀਆਂ ਨਾਨ ਪੋਲੀਟੀਕਲ ਹੋਣ ਕਰਕੇ ਉਹ ਪੋਲੀਟੀਕਲ ਆਦਮੀਆਂ ਨੂੰ ਉੱਥੇ ਐਂਟਰਟੇਨ ਨਹੀਂ ਕਰਦੇ। ਸਾਡੇ ਜਜ਼ਬਾਤ ਤੇ ਸਾਡਾ ਜਿਹੜਾ ਦਿਲ ਆ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਆ। ਤਾਈਓ ਕਰਕੇ ਜਿਹੜੀਆਂ ਗੱਲਾਂ ਉਹ ਉਠਾ ਰਹੇ ਨੇ, ਅਸੀਂ ਚਾਹਾਂਗੇ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਬਣਨ, ਇਹ 2024 ਵਿੱਚ ਸਾਡੀ ਸਰਕਾਰ ਬਣੇ ਔਰ ਇਹ ਸਾਰੀਆਂ ਮੰਗਾਂ ਜਿਹੜੀਆਂ ਇਹਨਾਂ ਨੂੰ ਬਕਾਇਦਾ ਤੌਰ ਤੇ ਸਰਕਾਰੀ ਅਮਲੀ ਜਾਮਾ ਪਵਾਇਆ ਜਾਵੇ। ਬਾਕੀ ਮੈਂ ਟਕੈਤ ਸਾਹਿਬ ਨੂੰ ਫੋਨ ਕੀਤਾ ਸੀਗਾ, ਉਸ 9 ਤਰੀਕ ਨੂੰ ਨੇਪਾਲ ਨੇ, ਯੋਗਿੰਦਰ ਯਾਦਵ ਸਾਡੇ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰਨਗੇ। ਮੈਂ ਹੋਰ ਜਿਹੜੀਆਂ ਕਿਸਾਨ ਜਥੇਬੰਦੀਆਂ ਸਭ ਨੂੰ ਇਨਵਾਈਟ ਕਰੂੰਗਾ। ਉਮੀਦ ਕਰਦਾ ਵਾਂ ਕਿ ਕੋਈ ਨਹੀਂ, ਇਹ ਚੱਲਦਾ ਰਹਿੰਦਾ ਜ਼ਿੰਦਗੀ ਦੇ ਵਿੱਚ। ਜੇ ਕੋਈ ਹੋਰ ਪਾਰਟੀਆਂ ਵੀ ਉਠਾ ਰਹੀਆਂ ਮਸਲੇ, ਤੇ ਅਗਰ ਕਿਸਾਨ ਜਥੇਬੰਦੀਆਂ ਵੀ ਆਉਣ ਉੱਥੇ, ਤੇ ਮੈਂ ਸਮਝਦਾ ਸੋਨੇ ਤੇ ਸੁਹਾਗਾ ਹੋਵੇਗਾ। ਨਾਲੇ ਕਿਸਾਨ ਹੈ ਜਿਹੜੇ ਪੰਜਾਬ ਦੇ, ਉਹ ਉੱਥੇ ਵੀ ਜਾਣਗੇ ਤੇ ਸਾਡੇ ਨਾਲ ਵੀ ਜਾਣਗੇ। ਕਿਸਾਨੀ ਦਾ ਮਸਲਾ ਠੀਕ ਹੈ ਜੀ, ਕਿਸਾਨੀ ਦਾ ਮਸਲਾ। ਆਲ ਰਾਈਟ, ਥੈਂਕ ਯੂ ਸੋ ਮਚ। ਥੋੜਾ ਜਿਹਾ ਪੰਜਾਬ ਦੇ ਇਸ਼ੂਸ ਤੇ ਆ ਜਾਈਏ ਤੇ ਗੋਲਡੀ ਬਰਾੜ ਨੂੰ ਲੈ ਕੇ ਕਾਫੀ ਕਸ਼ਮਕਸ਼ ਤੇ ਬਣਿਆ ਹੋਇਆ ਕਿ ਗੋਲਡੀ ਬਰਾੜ ਜਿਹੜਾ ਗ੍ਰਿਫਤਾਰ ਹੋ ਗਿਆ। ਦੂਸਰੀ ਤਰਫ ਹੁਣ ਵਿਰੋਧੀ ਧਿਰ ਵੀ ਜਿਹੜੇ ਕਹਿਣ ਲੱਗੇ ਨੇ ਗ੍ਰਿਫਤਾਰੀ ਨਹੀਂ ਹੋਈ ਹੈ। ਲਾਰੈਂਸ ਬਿਸ਼ਨੋਈ ਦੇ ਵਕੀਲ ਵੀ ਕਹਿ ਰਹੇ ਗ੍ਰਿਫਤਾਰੀ ਨਹੀਂ। ਮੈਂ ਸਾਰਾ ਤਕਰੀਬਨ ਕਲੋਜ਼ਲੀ ਵਾਚ ਕੀਤਾ। ਜਿਹੜਾ ਪੰਜਾਬ ਸਰਕਾਰ ਨੇ ਕਾਹਲੀ 'ਚ ਕਲੇਮ ਕੀਤਾ ਕਿ ਗੋਲਡੀ ਬਰਾੜ ਨੂੰ ਅਸੀਂ ਉੱਥੇ ਗ੍ਰਿਫਤਾਰ ਕਰ ਲਿਆ ਤੇ ਸਿੱਧੂ ਮੂਸੇਵਾਲੇ ਦਾ ਇਨਸਾਫ ਜਿਹੜਾ ਬਹੁਤ ਨੇੜੇ ਪਹੁੰਚ ਗਿਆ, ਪਰ ਉਹ ਖਬਰ ਗਲਤ ਨਿਕਲੀ ਆ। ਕਿਉਂਕਿ ਅੱਜ ਇੱਕ ਸਾਡੇ ਰਿਤੇਸ਼ ਹੈਗੇ ਨੇ ਲੱਕੀ ਜੀ, ਉਹਨਾਂ ਨੇ ਇੱਕ ਆਡੀਓ ਵਾਇਰਲ ਕੀਤੀ ਹੋਈ ਆ YouTube ਤੇ, ਤੁਸੀਂ ਸੁਣ ਸਕਦੇ ਹੋ ਸਾਰੇ, ਕਿ ਗੋਲਡੀ ਬਰਾੜ ਗੱਲ ਕਰ ਰਿਹਾ ਵਾ। ਉਹ ਕਹਿੰਦਾ ਮੈਂ ਤਾਂ ਬਿਲਕੁਲ ਆਜ਼ਾਦ ਆ। ਹੋ ਸਕਦਾ ਕਿਸੇ FBI ਦੀ ਵਾਚ ਤੇ ਹੋਵੇ, ਬਟ ਆਈ ਥਿੰਕ ਹੀ ਹੈਜ਼ ਨਾਟ ਬੀਨ ਅਰੈਸਟਡ। ਔਰ ਇਦਾਂ ਦੇ ਕਲੇਮਸ ਗਲਤ ਕਰਕੇ ਗਲਤ ਇਨਫੋਰਮੇਸ਼ਨ ਦੇਣੀ ਪੰਜਾਬ ਨੂੰ ਮੈਂ ਸਮਝਦਾ ਭਗਵੰਤ ਸਿੰਘ ਸਰਕਾਰ ਵਾਸਤੇ ਮਾੜੀ ਗੱਲ ਹੈਗੀ ਆ। ਉਲਟਾ ਸਗੋਂ ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਉਹਨੂੰ ਨਾਮਜ਼ਦ ਕਰਕੇ ਕੋਰਟ 'ਚ ਉਹਨੂੰ ਛੇਤੀ ਨਾਲ ਭਗੌੜਾ ਕਰਾਰ ਕਰਕੇ ਉਸ ਨੂੰ ਤੁਸੀਂ ਐਕਸਟ੍ਰਾਡਾਈਟ ਕਰਾਓ, ਜਿਹੜਾ ਕਿ ਬੜਾ ਲੰਬਾ ਪ੍ਰੋਸੈਸ ਹੈ। ਇਹਨਾਂ ਦੇ ਮੰਤਰੀ ਵਗੈਰਾ ਬੋਲ ਰਹੇ ਸੀਗੇ ਅਸੀਂ ਗੋਲਡੀ ਬਰਾੜ ਨੂੰ ਐਂ ਲੈ ਆਵਾਂਗੇ, ਇੱਦਾਂ ਨਹੀਂ ਆ ਸਕਦਾ। ਜੇ ਅਰੈਸਟ ਕਰ ਵੀ ਲਿਆ ਵਾ, ਦੇਰ ਇਜ਼ ਅ ਲੈਜਿਟੀਮੇਟ ਪ੍ਰੋਸੈਸ, ਦੇਰ ਹੈਜ਼ ਟੂ ਬੀ ਐਕਸਟ੍ਰਾਡਾਈਟਡ ਫਰੋਮ ਕੈਨੇਡਾ ਔਰ ਦ USA, ਵਿਚ ਇਜ਼ ਅ ਵੈਰੀ ਲੈਂਥੀ ਪ੍ਰੋਸੈਸ, ਕਈ ਸਾਲ ਲੱਗਦੇ ਨੇ। ਲੇਕਿਨ ਜਿਹੜੀ ਇਹ ਖਬਰ ਸੀਗੀ ਇਹ ਸਰਾਸਰ ਝੂਠੀ ਨਿਕਲੀ। ਮਨਸੂਰਪੁਰ ਪਿੰਡ, ਮੈਨੂੰ ਸਵੇਰੇ ਕੈਨੇਡਾ ਤੋਂ ਫੋਨ ਆਇਆ ਸੀਗਾ, ਗੁਰਾਇਆਂ ਦੇ ਲਾਗੇ ਉੱਥੇ ਇੱਕ ਬੇਅਦਬੀ ਬਹੁਤ ਗੁਰਦੁਆਰਾ ਸਾਹਿਬ 'ਚ ਅੰਦਰ ਵੜ ਕੇ ਤਾਲੇ ਭੰਨ ਕੇ ਤਮਾਕੂ ਦਾ ਸੇਵਨ ਕਰਕੇ ਥੁੱਕਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਨੇੜੇ। ਹੁਣ ਉਹ ਚੋਰੀ ਦੀ ਮਨਸ਼ਾ ਨਾਲ ਆਏ ਸੀ ਜਾਂ ਮਿੱਥ ਕੇ ਬੇਅਦਬੀ ਕਰਨ ਆਏ, ਇਹ ਤਾਂ ਸਰਕਾਰ ਨੂੰ ਇਮੀਡੀਏਟਲੀ ਸਮਾਂ ਬਗੈਰ ਗਵਾਏ ਇਹਦੇ ਤੇ ਤਹਿਕੀਕਾਤ ਕਰਨੀ ਚਾਹੀਦੀ। ਇਹ ਨਾ ਹੋਵੇ ਕਿ 2015 ਵਾਲਾ ਮਾਹੌਲ ਪੰਜਾਬ ਦੇ ਵਿੱਚ ਬਣ ਜਾਏ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਜਜ਼ਬਾਤ ਨੇ ਉਹ ਧਰਮ ਦੇ ਨਾਲ ਜੁੜੇ ਹੋਏ ਨੇ। 30 ਨਵੰਬਰ ਤੱਕ ਡੈਡਲਾਈਨ ਸੀ, ਮੁਲਤਾਨ ਸਿੰਘ ਸੰਧਵਾ ਕਹਿ ਕੇ ਆਏ ਸੀ 45 ਦਿਨ ਹੋ ਗਏ ਨੇ, ਇਨਸਾਫ ਨਹੀਂ ਮਿਲਿਆ, ਤਰੀਕ ਲੰਘ ਚੁੱਕੀ ਹੈ। ਇਹ ਸਾਰੇ ਜੋਕਰ ਨੇ ਜੀ। ਇਹਨਾਂ ਜੋਕਰਾਂ ਦੀ ਕੋਈ ਡੈਡਲਾਈਨ ਤੇ ਕਿਸੇ ਤੇ ਕੋਈ ਗੱਲ ਭਰੋਸਾ ਨਹੀਂ ਰਹਿ ਚੁੱਕਾ ਹੈਗਾ। ਇਹ ਕਿਹੜੀ ਗੱਲ ਤੇ ਕਾਇਮ ਰਹੇ ਨੇ? ਹਰ ਗੱਲ ਤੇ ਯੂ ਟਰਨ ਮਾਰਿਆ ਇਹਨਾਂ ਨੇ। ਪਿਛਲੇ 8-9 ਮਹੀਨਿਆਂ 'ਚ ਜਿੰਨੇ ਯੂ ਟਰਨ ਭਗਵੰਤ ਮਾਨ ਦੇ ਮੰਤਰੀਆਂ ਤੇ ਸੰਤਰੀਆਂ ਨੇ ਮਾਰੇ ਨੇ, ਇਹਨਾਂ ਕਿਸੇ ਨੇ ਕੋਈ ਆਪਣੇ ਗੱਲ ਤੋਂ ਪਿੱਛੇ ਨਹੀਂ ਹਟੇ। ਕੁਲਤਾਰ ਸਿੰਘ ਸੰਧਵਾ ਕੋਟਕਪੂਰੇ ਹਲਕੇ ਦਾ MLA, ਉਹਦੀ ਜਿਹੜਾ ਉਹਨੇ ਕਿਹਾ ਕਿ ਮੈਂ ਇੱਕ ਗੁਰਸਿੱਖ ਹੁੰਦਿਆਂ ਇੱਕ ਇੰਪੋਰਟੈਂਟ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਉਹ ਕਮਿਟਮੈਂਟ ਕਰ ਰਿਹਾ ਵਾ ਕਿ 1 ਮਹੀਨਿਆਂ ਵਿੱਚ ਤੁਹਾਨੂੰ ਅਸੀਂ ਸਾਰਾ ਬੇਅਦਬੀ ਦਾ ਇਨਸਾਫ ਦੇਵਾਂਗੇ, ਤੇ
ਉਹ ਅੱਜ ਤਾਈਂ ਨਹੀਂ ਦਿੱਤਾ। ਤੇ ਮੈਂ ਸਮਝਦਾ ਕਿ ਕੁਲਤਾਰ ਨੂੰ ਤਾਂ ਹੁਣ ਅਸਤੀਫਾ ਦੇ ਦੇਣਾ ਚਾਹੀਦਾ। ਇਹ ਕੋਈ ਛੋਟਾ ਮੋਟਾ ਵਾਅਦਾ ਨਹੀਂਗਾ, ਇਹ ਗੁਰੂ ਦੇ ਨਾਲ ਵਾਅਦਾ ਖਿਲਾਫੀ ਆ। ਲੋਕਾਂ ਨਾਲ ਤਾਂ ਤੁਸੀਂ ਰੋਜ਼ ਕਰਦੇ ਹੋ ਠੱਗੀ ਠੋਰੀ, ਇਹ ਗੁਰੂ ਦੇ ਨਾਲ ਜਿਹੜੀ ਤੁਹਾਡੀ ਵਾਅਦਾ ਖਿਲਾਫੀ ਆ, ਇਹਦਾ ਤੁਰੰਤ, ਅਗਰ ਉਹ ਆਪਣੇ ਆਪ ਨੂੰ ਸਮਝਦਾ ਕਿ ਮੇਰੇ ਅੰਦਰ ਕੋਈ ਸਿੱਖੀ ਜੀਵਨ ਆ ਜਾਂ ਮੈਂ ਗੁਰੂ ਦੇ ਨਾਲ ਜੁੜਿਆ ਵਾਂ ਜਾਂ ਮੇਰੇ ਅੰਦਰ ਕੋਈ ਮਤਲਬ ਜਜ਼ਬਾਤ ਹੈ ਇਸ ਤਰ੍ਹਾਂ ਦੇ, ਆਹ ਜਿਹੜਾ ਡੈਡਲਾਈਨ ਲੰਘੀ ਆ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ। ਨਹੀਂ ਤਾਂ ਜਨਤਾ ਤੋਂ ਆਣ ਕੇ ਮਾਫੀ ਮੰਗੇ ਕਿ ਅਸੀਂ ਗਲਤ ਕਹਿੰਦੇ ਸੀ, ਅਸੀਂ ਝੂਠੇ ਆ, ਅਸੀਂ ਇਹ ਗੱਲ ਦੇ ਉੱਤੇ ਇਨਸਾਫ ਨਹੀਂ ਦੇ। ਕਿਉਂਕਿ ਇਹਨਾਂ ਦਾ ਸੁਪਰੀਮੋ ਜਿਹੜਾ ਕੇਜਰੀਵਾਲ, ਉਹ ਤਾਂ ਮੇਰੇ ਖਿਆਲ ਸ਼ਾਇਦ 24 ਘੰਟੇ ਕਹਿੰਦਾ ਸੀਗਾ। ਸੋ ਇਹਨਾਂ ਨੇ ਮਜ਼ਾਕ ਬਣਾਇਆ ਹੋਇਆ ਪੰਜਾਬ ਨੂੰ, ਫਿਰਦੇ ਗੁਜਰਾਤ ਵਿੱਚ ਨੇ ਔਰ ਪੰਜਾਬ ਨੂੰ ਬਿਲਕੁਲ ਵਾਂਝਾ ਛੱਡਿਆ ਹੋਇਆ। ਸਾਰਾ ਸੈਕਟਰੀਏਟ ਖਾਲੀ ਰਿਹਾ 2 ਮਹੀਨੇ, ਸਾਰੇ EMPLOYEES ਧਰਨਿਆਂ ਤੇ ਬੈਠੇ ਨੇ, ਕਿਸਾਨ ਸੜਕਾਂ 'ਤੇ ਬੈਠੇ ਨੇ, ਤੇ ਉੱਥੇ ਜਾ ਕੇ ਰੌਲਾ ਪਾ ਰਹੇ ਨੇ ਕਿ ਅਸੀਂ ਤਾਂ 7 ਮਹੀਨਿਆਂ 'ਚ ਪੰਜਾਬ ਦੇ ਵਿੱਚ ਬਹੁਤ ਇਨਕਲਾਬ ਲੈ ਕੇ ਆਏ ਹਾਂ। ਹਾਂ, ਮੈਂ ਸੁਣਿਆ ਜੀ, ਦੇਖਿਆ, ਉਹੀ ਤਾਂ ਤੁਹਾਨੂੰ ਕਹਿ ਰਿਹਾ ਕਿ ਇਹ ਸਾਰੀਆਂ ਗੱਲਾਂ ਕਨੈਕਟਡ ਨੇ। ਜਿਹੜਾ ਸਾਡਾ 9 ਦਸੰਬਰ ਦਾ ਪ੍ਰਦਰਸ਼ਨ ਆ ਦਿੱਲੀ ਜੰਤਰ ਮੰਤਰ ਵਿੱਚ, ਇਹ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਜਿਹੜੀ ਆ ਉਹ ਕੀਤੀ ਜਾਵੇ। ਸਟ੍ਰੈਟੇਜੀ ਜਿਹੜੀ ਹੈ ਐਮਐਲਏ ਨੇ ਕੁਮਾਰ ਵਿਜੇ ਪ੍ਰਤਾਪ ਸਿੰਘ, ਉਹ ਗੈਂਗਸਟਰਸ ਨੂੰ ਲੈ ਕੇ ਜਿਹੜੀ ਉਹਨਾਂ ਨੇ ਇੱਕ ਸਬਮਿਟ ਕੀਤੀ ਸੀ ਰਿਪੋਰਟ, ਉਹ ਹੁਣ ਫੇਰ ਚਰਚਾ ਵਿੱਚ ਹੈ। ਹਾਂਜੀ, ਗੈਂਗਸਟਰਸ ਨੂੰ ਲੈ ਆਈ ਐਪਰੀਸ਼ੀਏਟ ਕਿ ਕੋਈ ਵੀ ਵਿਅਕਤੀ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਗੈਂਗਸਟਰਸ ਬਣਨ। ਹੁਣ ਇਹਨਾਂ ਦੀ ਸਰਕਾਰ ਬਣੀ ਨੂੰ ਸਾਲ ਹੋ ਜਾਣਾ ਤਕਰੀਬਨ ਥੋੜ੍ਹੀ ਦੇਰ ਬਾਅਦ, ਤੇ ਹੁਣ ਜੇ ਆਪਾਂ ਇਹੀ ਕਹੀ ਜਾਣਾ ਕਿ ਮਗਰਲੀਆਂ ਸਰਕਾਰਾਂ, ਚਲੋ ਜਿਹਨੇ ਵੀ ਪੈਦਾ ਕੀਤੇ ਮਾੜੇ ਕੀਤੇ, ਤੁਸੀਂ ਉਹਨਾਂ ਨੂੰ ਨੱਥ ਪਾ ਕੇ ਦਿਖਾਓ। ਬਿਕੋਜ਼ ਜੇਲ੍ਹਾਂ 'ਚੋਂ ਉੱਦਾਂ ਹੀ ਆਪਰੇਸ਼ਨ ਚੱਲ ਰਹੇ ਨੇ। ਤੁਸੀਂ ਦੇਖ ਲਿਆ ਦਿੱਲੀ ਦੀ ਜੇਲ੍ਹ ਵਿੱਚ, ਜੇ ਸਤਿੰਦਰ ਜੈਨ ਮਾਲਿਸ਼ ਕਰਾ ਸਕਦਾ ਵਾ, 5 ਸਟਾਰ ਰੋਟੀ ਖਾ ਸਕਦਾ ਵਾ, ਤੇ ਗੈਂਗਸਟਰ ਉੱਥੇ ਫੋਨ ਰੱਖ ਕੇ ਆਪਣਾ ਵਪਾਰ ਕਿਉਂ ਨਹੀਂ ਚਲਾ ਸਕਦੇ ਜੀ? ਔਰ ਉਹ ਕਿਹਨੇ ਕਿਹਾ ਵਾ, ਸੁਕੇਸ਼ ਚੰਦਰਾ ਸ਼ੇਖਰ ਨੇ, ਉਹਨੇ ਇਲਜ਼ਾਮ ਕੀ ਲਾਇਆ, ਉਹਨੇ ਲੈਫਟੀਨੈਂਟ ਗਵਰਨਰ ਨੂੰ ਲਿਖ ਕੇ ਦਿੱਤਾ ਵਾ ਕਿ ਸਤਿੰਦਰ ਜੈਨ ਨੇ ਤੇ ਕੇਜਰੀਵਾਲ ਨੂੰ 50 ਕਰੋੜ ਰੁਪਏ ਦਿੱਤਾ, ਮੈਂ ਜੇਲ੍ਹ 'ਚ ਪ੍ਰੋਟੈਕਸ਼ਨ ਮਨੀ। ਸੋ ਫਸਟ ਦੇ ਸ਼ੁੱਡ ਦਿਸ ਆਮ ਆਦਮੀ ਪਾਰਟੀ ਸਰਕਾਰ ਪਹਿਲਾਂ ਦਿੱਲੀ ਤੇ ਹਾਰਡ ਜੇਲ੍ਹ ਸਾਨੂੰ ਠੀਕ ਕਰਕੇ ਦਿਖਾਵੇ। ਇਹ ਐਵੇਂ ਗੱਪਾਂ ਮਾਰਦੇ ਨੇ, ਇਹਦੇ ਕਿਸੇ ਵੀ ਗੱਲ 'ਚ। ਮਾਈਨਿੰਗ ਅੱਜ ਤੁਸੀਂ ਦੇਖ ਲਓ, 14.5 ਰੁਪਏ ਨੂੰ ਸਰਕਾਰ ਜਿਹੜਾ ਖੱਡਾ ਚਲਾ ਰਹੀ, ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇਹਨਾਂ ਨੇ ਸਾਰੇ ਜਿਹੜੇ ਖੱਡਾਂ ਤੇ ਸਾਰਾ ਸਰਕਾਰ ਦਾ ਕਬਜ਼ਾ ਕਰਾਤਾ ਵਾ। ਆਈਮ ਕੁਆਇਟ ਸ਼ੋਰ ਤੁਹਾਨੂੰ ਨਹੀਂ ਪਤਾ ਹੋਣਾ। ਜਿੰਨੇ ਕੰਟਰੈਕਟਰ ਸਾਰੇ ਭਜਾਤੇ ਆ, ਆਪ ਚਲਾ ਰਹੇ ਨੇ। SDO ਤੇ ਐਕਸ਼ਨ ਇਰੀਗੇਸ਼ਨ ਦੇ ਰੇਟ ਰੱਖਿਆ ਵਾ 9.5 ਰੁਪਏ ਤੇ ਵੇਚ ਰਹੇ ਨੇ 11.5 ਰੁਪਏ, ਖਰੇ ਪੌਣੇ 12 ਰੁਪਏ। ਉਹ ਜਿਹੜਾ 3-4 ਰੁਪਏ ਜਾ ਰਿਹਾ, ਉਹ ਕਿੱਥੇ ਜਾ ਰਿਹਾ ਵਾ? ਉਹ ਸਾਰਾ ਮੰਤਰੀ ਸਾਹਿਬ ਦੇ ਜੇਬਾਂ ਦੇ ਵਿੱਚ ਜਾ ਰਿਹਾ। ਔਰ ਜਿਹੜਾ ਕਹਿੰਦੇ ਸੀ 20,000 ਕਰੋੜ ਰੁਪਇਆ ਅਸੀਂ ਕੱਢਾਂਗੇ ਮਾਈਨਿੰਗ 'ਚੋਂ, ਯਾਦ ਕਰੋ ਕੇਜਰੀਵਾਲ ਕਹਿੰਦਾ ਸੀ। ਮੇਰਾ ਦਾਵਾ ਵਾ ਕਿ ਆਹ ਸਾਲ ਖਤਮ ਹੋ ਜਾਣਾ ਮਾਰਚ ਵਿੱਚ, ਨੋਰਮਲ ਕੋਰਸ ਵਿੱਚ ਪਿਛਲੇ 10 ਸਾਲਾਂ ਤੋਂ ਮਾਈਨਿੰਗ ਦੀ ਆਮਦਨ ਚੱਕ ਲਓ 250-300 ਕਰੋੜ ਰੁਪਏ ਤੋਂ ਜ਼ਿਆਦਾ ਨਹੀਂ ਹੋਈ ਅੱਜ ਤੱਕ। ਇਹ ਕਹਿੰਦੇ 20,000 ਕਰੋੜ ਰੁਪਇਆ ਕਰਾਂਗੇ। ਇਹਨਾਂ ਨੂੰ ਕੋਈ ਪਿਛਲੇ ਸਾਲ ਜਿੰਨੀ ਆਮਦਨ ਕਰਕੇ ਦਿਖਾ ਦੇਣ, ਨਹੀਂ ਤਾਂ ਉੱਥੇ ਵਿਧਾਨ ਸਭਾ ਵਿੱਚ ਹਰਜੋਤ ਬੈਂਸ ਨੇ ਝੂਠ ਬੋਲਿਆ, ਉੱਥੇ ਮਾਫੀ ਮੰਗੇ ਖੜ ਕੇ ਕਿ ਮੈਂ ਤੋਂ ਝੂਠ ਬੋਲਿਆ, ਮੈਂ ਗਲਤ ਲੋਕਾਂ ਨੂੰ ਮਿਸਲੀਡ ਕੀਤਾ ਪੰਜਾਬ ਦੀ ਵਿਧਾਨ ਸਭਾ ਨੂੰ। ਕਿਉਂਕਿ ਮਾਈਨਿੰਗ ਇਜ਼ ਇਨ ਕੰਪਲੀਟ ਕੰਟਰੋਲ ਆਫ ਦਾ ਮਾਫੀਆ ਨਾਓ, ਐਂਡ 3 ਰੁਪਏ ਸੈਂਕੜੇ ਦੇ ਪਿੱਛੇ, 1 ਫੁੱਟ ਦੇ ਪਿੱਛੇ 1 ਫੁੱਟ ਦੇ ਉਹ ਠੱਗੀ ਜਾਰੀ। ਉਹ ਦੱਸਣ ਆਮ ਆਦਮੀ ਪਾਰਟੀ ਵਾਲੇ ਕਿੱਥੇ ਜਾ ਰਿਹਾ ਪੈਸਾ। ਗਗਨਮਾਨ ਮੰਤਰੀ ਤਾਂ ਖੁਦ ਖੱਡਾਂ ਤੇ ਜਾ ਕੇ ਖੜੇ ਹੋ ਕੇ ਉਹਨਾਂ ਨੇ ਪਿੱਛੇ ਆਪਾਂ ਦੇਖਿਆ ਸਭ ਨੇ ਖਬਰ। ਨੇ ਉਹ ਗਗਨਮਾਨ ਨੂੰ ਕੋ ਖੱਡਾਂ ਦੇ ਖੜਨ ਨਾਲੋਂ ਹਰਜੋਤ ਬੈਂਸ ਨਾਲ ਬਹਿ ਕੇ ਸਾਨੂੰ ਦੱਸੇ ਕਿ 3 ਰੁਪਏ ਪ੍ਰਤੀ ਫੁੱਟ ਰੇਤਾ ਦਾ ਜਿਹੜਾ ਵਿਕ ਰਿਹਾ ਵਾ। ਸਰਕਾਰ ਜਿਹੜੀਆਂ ਖੱਡਾਂ ਮੈਨੇਜ ਕਰ ਰਹੀ ਆ, ਸਾਡੇ ਬਿਲਗੇ ਦੇ ਲਾਗੇ ਖੱਡ ਚੱਲ ਰਹੀ ਆ ਜਲੰਧਰ ਦੇ ਲਾਗੇ, ਉਹ ਸਾਰੇ ਆਪਰੇਟਰਸ ਮੇਰੇ ਕੋਲ ਆਏ। ਉਹ ਕਹਿੰਦੇ ਸਾਨੂੰ ਪਰਚੀ ਵੀ ਨਹੀਂ ਦਿੰਦੇ, ਕੁਝ ਲਿਖ ਕੇ ਨਹੀਂ ਦਿੰਦੇ, ਕੋਈ ਵੇ ਬ੍ਰਿਜ ਸਿਸਟਮ ਨਹੀਂਗਾ, ਕੋਈ ਕੰਡਾ ਨਹੀਂਗਾ, ਬਸ ਉੱਦਾਂ ਹੀ ਟਰੱਕ ਲੱਦਿਆ, ਉਹਨੂੰ ਕਹਿਤਾ ਸਾਨੂੰ ਸੁੱਟ 14.5 ਰੁਪਏ। ਸਰਕਾਰੀ ਲੈ ਰਹੇ ਮੁਲਾਜ਼ਮ, ਐਂਡ ਸਰਕਾਰੀ SDO ਐਕਸ਼ਨ ਤੁਹਾਡਾ ਖਿਆਲ ਆ ਮਰਜ਼ੀ ਤੋਂ ਬਗੈਰ ਲੈ ਸਕਦੇ? ਕਿਸੇ ਮੰਤਰੀ ਮਿਨਿਸਟਰ ਦੇ ਸਰਕਾਰ ਦੀ ਮਰਜ਼ੀ ਤੋਂ ਬਗੈਰ ਲੈ ਸਕਦੇ ਆ? ਦੇਰ ਇਜ਼ ਕੰਪਲੀਟ ਕਿਓਸ ਇਨ ਦ ਮਾਈਨਿੰਗ ਪੋਲਿਸੀ, ਇਟਸ ਅ ਫਲॉप ਪੋਲਿਸੀ। ਔਰ ਪਿਛਲੇ ਸਾਲ ਨਾਲੋਂ ਵੀ ਆਮਦਨ ਘਟੇਗੀ। ਨਸ਼ਿਆਂ ਦੇ ਮਾਮਲੇ ਲਗਾਤਾਰ ਅਸੀਂ ਬਾਰਡਰ ਦੀ ਗੱਲ ਕੀਤੀ, ਫਾਈਲ ਕਰਦੇ ਪਈ ਵੀਡੀਓ ਵਾਇਰਲ ਹੋਈਆਂ ਜਿਨ੍ਹਾਂ ਦੇ ਵਿੱਚ ਨੌਜਵਾਨਾਂ ਦੀ ਮੌਤ ਵੀ ਹੋਈ ਆ। ਪਿਛਲੇ ਦਿਨੀ ਵੀਡੀਓ ਵਾਇਰਲ ਹੋਈ ਸੀ, ਬਹੁਤ ਛੋਟੀ ਉਮਰ ਦੱਸੀ ਜਾ ਰਹੀ ਸੀ। ਦੇਖੋ ਗੱਲ ਰਿਪੀਟ ਹੋ ਰਹੀ ਆ। ਮੈਂ ਜਦ ਇੱਕ ਵਾਰੀ ਕਹਿ ਦਿੱਤਾ ਕਿ ਇਹ ਹਰ ਫਰੰਟ ਤੇ ਫੇਲ ਹੋਇਆ, ਤਾਂ ਹੀ ਉਹ ਸੰਗਰੂਰ ਦੇ ਲੋਕਾਂ ਨੇ 3 ਮਹੀਨਿਆਂ 'ਚ ਇਹਨਾਂ ਨੂੰ ਵੋਟਾਂ ਪਾ ਕੇ ਪਹਿਲੇ 3 ਮਹੀਨਿਆਂ 'ਚ ਕੱਢ ਦਿੱਤਾ। ਡਰੱਗਸ ਤੇ ਫੇਲ ਹੋਏ ਨੇ। ਦੱਸ ਦਿਓ ਤੁਸੀਂ ਮੈਨੂੰ, ਡਰੱਗਸ ਕਿਤੇ ਘਟੇ ਹੋਣ ਪੰਜਾਬ ਦੇ ਵਿੱਚ? ਵਧੇ ਨੇ। ਲੜਕੀਆਂ, ਨੌਜਵਾਨ ਪੈਰਾਂ ਤੇ ਨਹੀਂ ਖੜ ਰਹੇ, ਡਿੱਗ ਰਹੇ ਨੇ, ਮੌਤਾਂ ਹੋ ਰਹੀਆਂ ਨੇ। ਵੱਡੇ ਪੱਧਰ ਤੇ ਹੈਰੋਇਨ ਦੇ ਵੱਡੇ ਮਤਲਬ ਜਿਹੜੇ ਕੰਸਾਈਨਮੈਂਟਸ ਫੜੇ ਜਾ ਰਹੇ ਨੇ। ਉਹ ਜਿਹੜਾ ਕੰਟਰੀ ਸਾਈਡ ਦੇ ਉੱਤੇ, ਮੈਂ ਤਾਂ ਪਿੰਡਾਂ 'ਚ ਹੀ ਰਹਿੰਦੇ ਅਸੀਂ, ਕੋਈ ਪਿੰਡ ਨਹੀਂ ਬਚਿਆ ਜਿੱਥੇ ਤੁਹਾਨੂੰ ਕੰਪਲੇਂਟ ਨਹੀਂ ਆ ਰਹੀ ਨਸ਼ੇ ਦੇ ਉੱਤੇ। ਸੋ ਇਸ ਕਰਕੇ ਜਿੱਦਾਂ ਮਾਈਨਿੰਗ ਤੇ ਫੇਲ, ਕਰਪਸ਼ਨ ਤੇ ਫੇਲ, ਫੌਜਾ ਸਿੰਘ ਸਰਾਰੀ ਲਈ ਫਿਰਦੇ ਨੇ,
ਆ ਮਾਈਨਿੰਗ ਵਾਲੇ ਜਿਹੜੇ ਉਹ 6 ਬੰਦੇ ਸੀ, ਉਹਨਾਂ ਦੇ ਉੱਤੇ ਇੱਕ ਆਡੀਓ ਦਾ ਇਲਜ਼ਾਮ ਲਾ ਕੇ ਪੈਸੇ ਮੰਗਦੇ ਸੀ ਕ੍ਰਸ਼ਰ ਵਾਲਿਆਂ ਤੋਂ। 6 ਬੰਦਿਆਂ ਤੇ ਹਰਦੇਵ ਸਿੰਘ ਤੇ ਵਿਸ਼ਾਲ ਸੈਣੀ ਐਡਵੋਕੇਟ ਸਮੇਤ ਪਰਚਾ ਦਰਜ ਕਰਤਾ। ਤੇ ਜਿਹੜਾ ਇਹਨਾਂ ਦਾ ਮਿਨਿਸਟਰ ਆਡੀਓ ਵਾਇਰਲ ਹੋਈ, ਸਾਰੀ ਦੁਨੀਆ ਨੇ ਸੁਣੀ, ਉਹਦੇ ਤੇ ਅੱਜ ਤੱਕ ਕੋਈ ਐਕਸ਼ਨ ਨਹੀਂ ਲਿਆ। ਸੋ ਇਹ ਕਰਪਸ਼ਨ ਦੇ ਇਸ਼ੂ ਦੇ ਉੱਤੇ ਵੀ ਬਹੁਤ ਬੁਰੀ ਤਰ੍ਹਾਂ ਨਾਲ ਫੇਲ ਹੋਏ ਨੇ। ਸਾਡੇ ਸਕੂਲ, ਸਾਡੇ ਹਸਪੀਟਲ ਸਾਰੇ ਵਾਂਝੇ ਨੇ ਫਰੋਮ ਅਪਰੋਪਰੀਏਟ ਸਰਵਿਸਿਜ਼। ਪਟਿਆਲਾ ਜ਼ਿਲ੍ਹਾ ਜਿਹੜਾ ਹੈਲਥ ਮਿਨਿਸਟਰ ਦਾ, ਇੱਥੇ ਜਿਹੜੀਆਂ ਚਾਹੀਦੇ ਨੇ ਡਾਕਟਰਸ ਔਰਤਾਂ ਦੇ, ਉਹ ਹੈ ਹੀ ਨਹੀਂਗੇ ਉੱਥੇ ਡਾਕਟਰਸ। ਸਾਡੇ ਇੰਪਲੋਈਜ਼ ਪਤਾ ਨਹੀਂ ਕਿੱਥੇ ਨੌਕਰੀਆਂ ਦੇ ਰਹੇ ਨੇ। ਸਾਰਾ ਦਾ ਇੰਪਲੋਈ ਪੰਜਾਬ ਦੀਆਂ ਸੜਕਾਂ ਤੇ ਟੈਂਕੀਆਂ ਦੇ ਬੈਠਾ ਹੋਇਆ। ਇਹ ਕਹੀ ਜਾਂਦੇ ਅਸੀਂ ਨੌਕਰੀਆਂ ਦੇ ਦਿੱਤੀਆਂ ਨੇ। ਅਮਨ ਰੋਡ ਦੇ ਘਰ ਦੇ ਬਾਹਰ ਜਿਹੜੇ ਕਾਂਸਟੇਬਲ ਸੀਗੇ, ਜਿਹੜੀ ਭਰਤੀ ਪ੍ਰੋਸੈਸ ਪੂਰਾ ਹੋਇਆ 1100 ਕਾਂਸਟੇਬਲ ਜਿਹੜਾ ਉਸ ਭਰਤੀ 'ਚੋਂ ਨਹੀਂ ਲਿਆ ਗਿਆ, ਜਿਹੜੇ ਧੱਕੇ ਖਾ ਰਹੇ ਨੇ ਕੋਟਾ ਕਚਹਿਰੀਆਂ 'ਚ, ਉਹਨਾਂ ਨੂੰ ਧਰਨਿਆਂ ਤੇ ਬਹਿਣਾ ਪੈ ਰਿਹਾ ਵਾ। ਤੁਸੀਂ ਮੈਨੂੰ ਦੱਸੋ ਕਿਹੜਾ ਇੰਪਲੋਈ ਆ ਜਿਹੜਾ ਅੱਜ ਪੰਜਾਬ ਦੇ ਵਿੱਚ ਸੈਟੀਸਫਾਈਡ ਹੈ? ਹਾਂਜੀ, ਖੈਰ ਸਾਹਿਬ, ਕਰਪਸ਼ਨ ਦੀ ਗੱਲ ਕਰ ਰਹੇ ਹੋ। ਕਰਪਸ਼ਨ ਨੂੰ ਲੈ ਕੇ ਹੁਣ ਬੀਜੇਪੀ ਨੇ ਕਿਤੇ 2024 ਦੀ ਤਿਆਰੀਆਂ ਸ਼ੁਰੂ ਕਰਤੀਆਂ ਨੇ। ਉਹ ਕਹਿੰਦੇ ਨੇ ਕਰਪਟ ਮੰਤਰੀ ਨੂੰ ਹੁਣ ਸਾਈਡ ਤੇ ਰੱਖਿਆ ਗਿਆ, ਜਿਹੜੇ ਬੀਜੇਪੀ ਕਾਂਗਰਸ ਛੱਡ ਕੇ ਗਏ ਸੀਗੇ, ਸੁੰਦਰ ਸ਼ਾਮ ਅਰੋੜਾ ਹੋਣ ਜਾਂ ਬਲਬੀਰ ਸਿੱਧੂ ਹੋਣ, ਉਹਨਾਂ ਨੂੰ ਕੋਈ ਪਦਵੀ ਆਪਣੀ ਲਿਸਟ ਦੇ ਵਿੱਚ ਨਹੀਂ ਦਿੱਤੀ। ਦੇਖੋ ਗੱਲ ਇਹ ਹੈਗੀ ਆ ਕਿ ਬੀਜੇਪੀ ਪੰਜਾਬ ਦੇ ਵਿੱਚ ਚਾਹੇ ਜਿੰਨਾ ਮਰਜ਼ੀ ਬਾਹਾਂ ਮਰੋੜ ਕੇ ਈਡੀ ਦਾ ਦੁਰਉਪਯੋਗ ਕਰਕੇ ਸੀਬੀਆਈ ਕਰਕੇ ਬੰਦੇ ਲੈ ਜਾਣ, ਦੇ ਹੈਵ ਨੋ ਫਿਊਚਰ ਇਨ ਪੰਜਾਬ, ਬਿਕੋਜ਼ ਪੰਜਾਬ ਬੇਸਿਕਲੀ ਇਜ਼ ਅ ਮਾਈਨੋਰਿਟੀ ਸਟੇਟ। ਜੰਮੂ ਕਸ਼ਮੀਰ ਤੇ ਪੰਜਾਬ ਤੇ ਕੇਰਲਾ ਵਿੱਚ ਜਿਹੜੀਆਂ 2 ਵਾਰ 2014-19 ਦੀਆਂ ਜਿਹੜੀਆਂ ਬਹੁਤ ਵੱਡੀ ਹਵਾ ਚੱਲੀ ਮੋਦੀ ਸਾਹਿਬ ਦੀ, ਉਹ ਵੀ ਨਹੀਂ ਚੱਲੀ। ਇਸ ਕਰਕੇ ਮੈਂ ਨਹੀਂ ਮੰਨਦਾ ਜੋ ਮਰਜ਼ੀ ਕਹੀ ਜਾਣ, ਚਲੋ ਉਹਨਾਂ ਦਾ ਅਧਿਕਾਰ ਹੈ। 18 ਸਿੱਖ ਚਿਹਰੇ ਆਪਣੀ ਇਸ ਲਿਸਟ ਦੇ ਵਿੱਚ ਜਾਰੀ ਨੇ, ਭਾਵੇਂ 36 ਲੈ ਆਉਣ ਜੀ, ਕੁਛ ਨਹੀਂਗਾ। ਇਹ ਸਾਰੇ ਹੁਣ ਚੰਗਾ ਤਾਂ ਨਹੀਂ ਲੱਗਦਾ ਕਿਸੇ ਬਾਰੇ ਮੈਂ ਕਹਿਣਾ, ਬਟ ਇਹ ਸਾਰੇ ਜਿਹੜੇ ਲੀਡਰਸ ਸਵਿਚ ਓਵਰ ਕਰਕੇ ਗਏ ਨੇ, ਇਹ ਤਾਂ ਆਪਾਂ ਸਾਰੇ ਜੱਗ ਜ਼ਾਹਰ ਗੱਲ ਹੈ ਕਿ ਆਪਣੇ ਆਪ ਨੂੰ ਬਚਾਉਣ ਵਾਸਤੇ, ਆਪਣੇ ਪਰਚੇ ਨਾ ਖੁੱਲਣ, ਉਹਨਾਂ ਦੇ ਕੇਸ ਨਾ ਖੁੱਲਣ, ਉਹਦੇ ਕਰਕੇ ਗਏ ਨੇ ਪ੍ਰਾਈਮਰੀ। ਮੈਂ ਇੰਨਾ ਕਹੂੰ ਬਹੁਤ ਮੰਦਭਾਗੀ ਘਟਨਾ ਵਾ, ਕਿਉਂਕਿ ਰਾਹੁਲ ਗਾਂਧੀ ਜੀ ਭਾਰਤ ਨੂੰ ਜੋੜ ਰਹੇ ਨੇ। ਉਧਰ ਚਾਹੋ ਦੇਖੋ, ਸੈਂਕੜੇ ਹਜ਼ਾਰਾਂ ਦੇ ਇਕੱਠ ਨਾਲ ਚੱਲ ਰਹੇ ਨੇ, ਹਜ਼ਾਰਾਂ ਲੋਕ ਨਾਲ ਜੁੜ ਰਹੇ ਨੇ ਕਾਂਗਰਸ ਪਾਰਟੀ ਦੇ, ਤੇ ਆਪਾਂ ਬੰਦਿਆਂ ਨੂੰ ਕੱਢ ਰਹੇ ਹਾਂ ਛੋਟੀ ਛੋਟੀ ਗੱਲ ਦੇ ਉੱਤੇ। ਕਿਹੜਾ ਮਸਲਾ ਵਾ ਜਿਹੜਾ ਪਰਿਵਾਰ ਦੇ ਵਿੱਚ ਹੱਲ ਨਹੀਂ ਹੋ ਸਕਦਾ, ਉਹਨਾਂ ਨੂੰ ਬੁਲਾ ਕੇ। ਔਰ ਦ ਮੋਸਟ ਅਨਫੋਰਚੂਨੇਟ ਥਿੰਗ ਇਨ ਕਮਲਜੀਤ ਬਰਾੜ ਦੇ ਕੇਸ ਵਿੱਚ ਆ ਕਿ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ। ਦੇਖੋ, ਨੋਟਿਸ ਤਾਂ ਦੇਣਾ ਬਣਦਾ ਨਾ, ਕਨਸਟੀਟਿਊਸ਼ਨ ਆ ਸਾਡੀ ਪਾਰਟੀ ਦਾ ਬਕਾਇਦਾ, ਉਹਨੂੰ ਬੁਲਾਓ, ਉਹਨੂੰ ਪੁੱਛੋ। ਹਾਂ, ਅਗਰ ਉਹ ਜਵਾਬ ਫੇਅਰ ਨਾ ਦੇਵੇ ਦੈਨ ਯੂ ਕੈਨ ਆਫ ਕੋਰਸ ਥਰੋ ਹਿਮ ਆਊਟ ਆਫ ਦ ਪਾਰਟੀ। ਇੱਕ ਕੋਈ ਸੋਸ਼ਲ ਮੀਡੀਆ ਦਾ ਵਿਚਾਰਾ, ਕੋਈ ਮੀਡੀਆ ਦਾ ਕੰਮ ਕਰਦਾ ਸੀਗਾ, ਉਹਨੇ ਕੋਈ ਅੰਮ੍ਰਿਤਪਾਲ ਦੀ ਪੋਸਟ ਸ਼ੇਅਰ ਕੀਤੀ, ਇਸ ਗੱਲ ਦੇ ਉੱਤੇ ਪਾਰਟੀ 'ਚੋਂ ਕੱਢਦਾ। ਇਹ ਕਿੱਡੀ ਵੱਡੀ ਗੱਲ ਹੈ ਜੀ। ਇਹਦਾ ਆਪਾਂ ਲਿਆ ਕਿੰਨੇ ਬੰਦੇ ਰਹੇ, ਆਪਾਂ ਦੇਖਣਾ ਇਹ ਆ। ਕੱਢਣ ਨਾਲੋਂ ਲਿਆਉਣੇ, ਜੋੜਨੇ ਲੋਕਾਂ ਨੂੰ ਜ਼ਿਆਦਾ ਜ਼ਰੂਰੀ ਹੈ। ਔਰ ਛੋਟੀ ਛੋਟੀ ਗੱਲ, ਕਿਉਂਕਿ ਆਫਟਰ ਆਲ ਅਸੀਂ ਇੱਕ ਪਾਰਟੀ ਆ, ਅਸੀਂ ਕੋਈ ਫੌਜ ਦੇ ਸਿਪਾਹੀ ਨਹੀਂ ਗੇ। ਵੀ ਹੈਵ ਦ ਰਾਈਟ ਟੂ ਸਪੀਕ ਆਵਰ ਮਾਈਂਡ। ਐਂਡ ਅਬਾਊਟ ਅੰਮ੍ਰਿਤਪਾਲ ਆਈ ਕੈਨ ਓਨਲੀ ਸੇ ਦਿਸ ਮਚ ਕਿ ਜਦ ਤੱਕ ਉਹ ਮਹਿਜ਼ ਪ੍ਰਚਾਰ ਕਰ ਰਿਹਾ ਵਾ, ਉਹ ਗੱਲ ਕਰ ਰਿਹਾ ਵਾ, ਜਾਂ ਅੰਮ੍ਰਿਤ ਛਕਾਉਣ ਦੀ ਗੱਲ ਕਰ ਰਿਹਾ, ਉਹਦੇ 'ਚ ਕੀ ਆਪਾਂ ਕਹਾਂਗੇ ਉਹਨਾਂ ਨੂੰ ਜੀ? ਕਿਹੜੀ ਗੱਲ ਤੇ ਉਹਨੂੰ ਫੜ ਕੇ ਅੰਦਰ ਦੇਣ ਕਾਹਦੇ ਤੇ? ਕੰਟਰੋਵਰਸੀ 'ਚ ਪੈ ਰਹੇ ਨੇ ਅੰਮ੍ਰਿਤਪਾਲ ਦੇ ਬਾਰੇ ਬੋਲ ਕੇ, ਅੰਮ੍ਰਿਤਪਾਲ ਕੌਣ? ਦੇ ਖਿਲਾਫ ਬਿਆਨ ਰਾਜਾ ਵੜਿੰਗ। ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ। ਦੇਖੋ, ਹਰ ਇੱਕ ਨੂੰ ਸੈਂਸ, ਦੇਖੋ ਦਿਸ ਕੰਟਰੀ ਹੈਜ਼ ਗਿਵਨ ਅਸ ਰਾਈਟ ਟੂ ਫਰੀडम ਆਫ ਸਪੀਚ ਐਂਡ ਫਰੀडम ਆਫ ਐਕਸਪ੍ਰੈਸ਼ਨ। ਜਦ ਤੱਕ ਆਦਮੀ ਲਫ਼ਜ਼ਾਂ ਨਾਲ ਗੱਲ ਕਰ ਰਿਹਾ ਵਾ, ਹੁਣ ਦੇਖੋ ਸੁਪਰੀਮ ਕੋਰਟ ਨੇ ਰੂਲ ਕੀਤਾ ਵਾ ਕਿ ਜੇ ਕੋਈ ਖਾਲਿਸਤਾਨ ਵੀ ਮੰਗਦਾ ਵਾ, ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਤੇ ਫਿਰ ਆਪਾਂ ਇੰਨੀ ਗੱਲ ਤੇ, ਹਾਂ, ਜਦ ਕੋਈ ਵਾਇਲੈਂਟ ਐਕਟੀਵਿਟੀ ਕਰੇਗਾ, ਕੋਈ ਗਲਤ ਗੱਲ ਕਰੇ, ਵੀ ਵਿਲ ਨੈਵਰ ਸਪੋਰਟ ਦੈਟ ਹੈਜ਼ ਟੂ ਬੀ ਸਟਾਪਡ। ਕਿਉਂ ਪੰਜਾਬ ਕਦੀ ਕੈਨੋਟ ਅਫੋਰਡ ਐਨੀ ਸੋਰਟ ਆਫ ਡਿਸਟਰਬਡ ਐਟਮੋਸਫੇਅਰ। ਲੇਕਿਨ ਜੇ ਆਪਾਂ ਹੁਣ ਕਹਿੰਦੇ ਆ ਕਿ ਇੱਥੇ ਬਹੁਤ ਸਾਰੇ ਲੀਡਰ ਨੇ ਦੇਸ਼ ਵਿੱਚ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਤੇ ਜੇ ਕਿਸੇ ਨੇ 1 ਮਿੰਟ ਵਾਸਤੇ ਖਾਲਿਸਤਾਨ ਦੀ ਵੀ ਗੱਲ ਕਰ ਦਿੱਤੀ, ਦੈਨ ਹਾਊ ਕੈਨ ਵੀ ਸਿੰਗਲ ਦੈਮ ਆਊਟ? ਜਾਂ ਤਾਂ ਉਹ ਸਾਰਿਆਂ ਨੂੰ ਫੜ ਕੇ ਵੀ ਅੰਦਰ ਦੇਣ, ਤੇ ਫਿਰ ਸਾਰਿਆਂ ਨੂੰ ਇੱਥੇ ਜਿਹੜੇ ਗੱਲ ਕਰਦੇ ਨੇ ਉਹਨਾਂ ਨੂੰ ਫੜ ਕੇ ਦੇਣ। ਸੋ ਇਸ ਕਰਕੇ ਮੇਰਾ ਪੁਆਇੰਟ ਆਫ ਵਿਊ ਥੋੜ੍ਹਾ ਜਿਹਾ ਡਿਫਰੈਂਟ ਹੈ। ਮੈਂ ਬਿਕੋਜ਼ ਆਈ ਪਰਸਨਲੀ ਫੀਲ ਕਿ ਇੰਨਾ ਵੀ ਪਾਰਟੀ ਨੂੰ ਘੁੱਟਣ 'ਚ ਨਹੀਂ ਲਿਆਉਣਾ ਜਿਹਦੇ ਨਾਲ ਤੁਸੀਂ ਕੋਈ ਗੱਲ ਆਪਣੀ ਸਹੀ ਕਹਿ। ਐਂ ਤਾਂ ਫਿਰ ਐਂ ਤਾਂ ਬੰਦਾ ਸਹੀ ਗੱਲ ਕਹਿਣ ਤੋਂ ਡਰੇਗਾ ਪਾਰਟੀ ਪਲੇਟਫਾਰਮ ਦੇ ਉੱਤੇ। ਜਿਹੜੀ ਥੱਲਿਓਂ ਆਵਾਜ਼ ਆਉਂਦੀ ਮੈਨੂੰ, ਮੈਂ ਉਹ ਪਾਰਟੀ ਦੇ ਪਲੇਟਫਾਰਮ ਤੇ ਨਾ ਰੱਖਾਂ ਗੱਲ ਇਹ ਜੀ। ਜਿਸ ਤਰ੍ਹਾਂ ਹਥਿਆਰਾਂ ਤੇ ਪਾਬੰਦੀ ਲਗਾਈ ਜਾ ਰਹੀ, ਜਿਸ ਤਰੀਕੇ ਨਾਲ ਉਹਨਾਂ ਦੇ ਫੋਟੋ ਵਾਇਰਲ ਵੀ ਕੀਤਾ ਜਾ ਰਿਹਾ, ਤੁਹਾਨੂੰ ਲੱਗਦਾ ਹਥਿਆਰਾਂ ਤੇ ਸਹੀ ਹੈਗਾ ਜਿਹੜੇ ਹਥਿਆਰ ਆਮ ਆਦਮੀ ਪਾਰਟੀ ਦੇ ਵੱਲੋਂ? ਮਾਫ ਕਰਨਾ, ਹੁਣ ਫਿਰ ਗੱਲ ਦੁਬਾਰਾ, ਮੈਂ ਇਸ ਕਰਕੇ ਨਹੀਂ ਕਿ ਮੈਂ ਆਪੋਜੀਸ਼ਨ 'ਚ। ਕਿਸੇ ਚੀਜ਼ ਨੂੰ ਬੈਨ ਕਰਨਾ ਵੀ ਕੋਈ ਹੱਲ ਹੈਗਾ ਦੁਨੀਆ ਦੇ ਵਿੱਚ? ਹੁਣ ਕਹਿੰਦੇ ਜੀ ਗਨ ਕਲਚਰ ਅਸੀਂ ਬੈਨ ਕਰ ਰਹੇ ਹਾਂ, ਸਾਰੇ ਲਾਇਸੈਂਸਡ ਵੈਪਨਸ ਤੁਸੀਂ ਬੈਨ ਕਰਕੇ ਸਗੋਂ ਤੁਸੀਂ ਸਿੱਧੂ ਮੂਸੇ ਵਾਂਗੂ ਲੋਕਾਂ ਨੂੰ ਨਿਹੱਤਾ ਕਰ ਰਹੇ ਹੋ। ਕ੍ਰਾਈਮ ਤਾਂ ਹੋ ਰਿਹਾ ਗੈਰ ਕਾਨੂੰਨੀ ਹਥਿਆਰਾਂ ਨਾਲ, ਚਾਹੇ ਉਹ ਬਾਰਡਰ ਪਾਰ ਤੋਂ ਆਉਂਦੇ, ਚਾਹੇ ਉਹ ਯੂਪੀ ਬਿਹਾਰ 'ਚੋਂ ਆਉਂਦੇ ਨੇ। ਬੈਨ ਤਾਂ ਉਹ ਕਰਨੇ ਚਾਹੀਦੇ, ਬੈਨ ਕਰ ਦਿੱਤੇ ਲਾਇਸੈਂਸੀ ਹਥਿਆਰ। ਦਿਸ ਇਜ਼ ਨੋ ਸੋਲਿਊਸ਼ਨ ਐਟ ਆਲ, ਨਾਟ ਐਟ ਆਲ। ਵੈਪਨਸ ਆਰ ਫॉर ਸੈਲਫ ਡਿਫੈਂਸ।
ਪੰਜਾਬ ਦੇ ਵਿੱਚ ਜੇ ਲੋਕੀ ਵਪਾਰ ਕਰਦੇ ਨੇ, ਪੈਟਰੋਲ ਪੰਪ ਚਲਾਉਂਦੇ ਨੇ, ਆੜਤ ਦਾ ਕੰਮ ਕਰਦੇ ਨੇ, ਕੈਸ਼ ਲੈ ਜਾਂਦੇ ਨੇ, ਤੁਸੀਂ ਸਾਰੇ ਹਥਿਆਰ ਹੀ ਬੰਦ ਕਰ ਦੇਣ ਲੱਗੇ। ਸੋ ਇਹ ਤਾਂ ਆਪਣੀ ਫੇਲੀਅਰ ਨੂੰ ਛੁਪਾਉਣ ਵਾਸਤੇ ਇਦਾਂ ਦੇ ਕਦਮ ਚੱਕੇ ਜਾਂਦੇ। ਕਿੱਥੇ ਜੀ? ਅੱਜ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਮੀਟਿੰਗ ਚੱਲ ਰਹੀ ਹੈ, ਰਾਜਾ ਵੜਿੰਗ ਮੀਟਿੰਗ ਮੈਂ ਉਹਦੇ 'ਚ ਮੈਂਬਰ ਨਹੀਂ ਗਾ ਜੀ। ਕਿ ਕਾਂਗਰਸ ਨੂੰ ਜੋੜਨ ਦੀ ਅੱਜ ਜ਼ਰੂਰਤ ਹੈ, ਜਿਸ ਤਰੀਕੇ ਨਾਲ ਤੁਸੀਂ ਵੀ ਕਹਿ ਰਹੇ ਹੋ ਕਿ ਸਪੀਚ ਨੂੰ ਦੱਬਿਆ ਜਾ ਰਿਹਾ ਹੈ, ਬੋਲਣ ਤੋਂ ਪਹਿਲਾਂ ਕਤਰਾਣਾ ਪੈ ਰਿਹਾ ਹੈ। ਤੁਹਾਡਾ ਸਵਾਲ ਪੂਰਾ ਹੋ ਗਿਆ? ਸਵਾਲ ਪੂਰਾ ਹੋ ਗਿਆ? ਮੈਂ ਮੈਂਬਰ ਨਹੀਂ ਗਾ, ਮੈਂ ਵੀ ਚੱਲ ਜਾ ਉੱਥੇ ਜਾ ਕੇ। ਨਹੀਂ, ਮੈਂ ਕਾਂਗਰਸ ਦੀ ਗੱਲ ਕਰ ਰਿਹਾ ਜੀ ਕਿ ਭਾਰਤ ਜੋੜੋ ਯਾਤਰਾ ਕਿਸ ਲਈ ਹੋ ਰਹੀ ਹੈ? ਯਾਰ ਭਾਰਤ ਜੋੜੋ ਯਾਤਰਾ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਾਮਯਾਬ ਕਰਾਂਗੇ। 10 ਜਨਵਰੀ ਨੂੰ ਆਉਣੀ ਆ। ਪੀਪੀਸੀਸੀ ਜਿਹੜੀ ਜਿਹੜਾ ਕੰਮ ਉਹਨਾਂ ਨੂੰ ਦਿੱਤਾ, ਦੇ ਆਰ ਰੈਗੂਲਰਲੀ ਇਨ ਟੱਚ। ਉਹਨਾਂ ਨੇ ਸਾਰੇ ਜ਼ਿਲ੍ਹਿਆਂ ਵਿੱਚ ਕੋਆਰਡੀਨੇਟਰਸ ਅਪਾਇੰਟ ਕਰਤੇ ਆ, ਕਾਫੀ ਵੱਡੇ ਪੱਧਰ ਦੇ ਉੱਤੇ ਤਿਆਰੀਆਂ। ਲੇਕਿਨ ਕਿਸਾਨ ਕਾਂਗਰਸ ਦਾ ਕੰਮ ਵੀ ਉਨਾ ਹੀ ਜ਼ਰੂਰੀ ਆ ਕਾਂਗਰਸ ਪਾਰਟੀ ਵਾਸਤੇ। ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੀ ਗੱਲ ਕਰਨੀ ਬਹੁਤ ਲਾਜ਼ਮੀ ਹੈ। ਠੀਕ ਹੈ, ਥੈਂਕ ਯੂ। ਆ ਇਹੀ ਬੈਠੇ ਨੇ ਸਾਡੇ, ਇਹਨਾਂ ਦੇ ਪਿਤਾ ਜੀ ਦਾ, ਇਹ ਜ਼ਿਲ੍ਹਾ ਪਰਿਸ਼ਦ ਮੈਂਬਰ ਆ ਕਾਕਾ ਬਰਾੜ ਮੁਕਤਸਰ ਤੋਂ। ਇਹਦੇ ਪਿਤਾ ਜੀ ਦਾ ਲਾਇਸੈਂਸ ਕੈਂਸਲ ਕਰਤਾ, ਰਿਕਮੈਂਡ ਕਰਤਾ ਫॉर नो ਰੀਜ਼ਨ। ਕੋਈ ਮੁਕੱਦਮਾ ਨਹੀਂ, ਕੁਛ ਨਹੀਂ। ਇਹ ਤਾਂ ਸਗੋਂ ਅਫਸਰਾਂ ਨੂੰ ਉੱਥੇ ਥੱਲੇ ਐਮਐਲਏ ਨੂੰ ਮੌਕਾ ਮਿਲ ਜਾਣਾ, ਜਿੰਨੇ ਕਾਂਗਰਸੀ ਆ ਸਭ ਦੇ ਲਾਇਸੈਂਸ ਰੱਦ ਕਰ ਦਿਓ, ਤਾਂ ਕਿ ਇਹਨੂੰ ਜਦੋਂ ਮਰਜ਼ੀ ਲੋਕ ਗੱਲ ਪੈ ਜਾਣ ਲੋਕੀ ਉੱਥੇ ਜਾ ਕੇ। ਇਹ ਸਰਾਸਰ ਗਲਤ ਹੈ। ਆਓ ਜੀ, ਆਜੋ ਤੁਹਾਨੂੰ ਚਾਹ ਚੁੱਕ ਲਈਏ ਸਰ। ਸੋ ਮੈਂ ਨਾ ਜਿਹੜੀ ਪਹਿਲਾਂ ਗੱਲ ਕਹੀ ਸੀ 1 to 1 ਨੂੰ ਰਹਿਣ ਦਿਓ, ਬਹੁਤ ਜ਼ੋਰ ਲੱਗ ਗਿਆ।